पंजाब मेल यूएसए टीवी ਤੇ ਮੈਂ ਹਾਂ ਅੰਸ਼ੂ ਚੱਡਾ। ਤੁਸੀਂ ਦੇਖ ਰਹੇ ਹੋ ਪੰਜਾਬ ਅਬਰੋਡ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਅਰਵਿੰਦਰ ਪਾਲ ਜੀ। ਅਸੀਂ ਤੁਹਾਡਾ ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ। ਬਹੁਤ ਸ਼ੁਕਰੀਆ ਮੈਮ, ਔਰ ਇਸ ਸ਼ੋਅ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਸਾਡਾ ਚੈਨਲ ਹੈ ਯੂਐਸਏ। ਅਸੀਂ ਯੂਐਸਏ ਦੇ ਵੀਜ਼ਾ ਬਾਰੇ ਗੱਲ ਕਰਦੇ ਹਾਂ। ਇਸ ਸਮੇਂ ਯੂਐਸਏ ਦੇ ਵੀਜ਼ਾ ਦੀ ਸਿਚੁਏਸ਼ਨ ਕੀ ਹੈ? ਅਮਰੀਕੀ ਸਟੂਡੈਂਟਸ ਦੀ ਕੀ ਅਪਡੇਟ ਹੈ ਵੀਜ਼ਾ ਨਾਲ ਰਿਲੇਟਿਡ? ਮੈਮ, USA ਵੀਜ਼ਾ ਇੱਕਦਮ ਬਹੁਤ ਚੰਗੀ ਸਪੀਡ ਦੇ ਉੱਪਰ ਡਿਲੀਵਰ ਹੋਣੇ ਸ਼ੁਰੂ ਹੋ ਗਏ ਆ, ਬਿਕੋਜ਼ USA ਨੇ ਇੱਕ ਵੀਜ਼ਾ ਵੀਕ ਸੈਲੀਬ੍ਰੇਟ ਕੀਤਾ ਸੀ, ਔਰ USA ਐਮਬੈਸੀ ਸਿਰਫ ਤੇ ਸਿਰਫ ਸਟੂਡੈਂਟਸ ਦੇ ਵੀਜ਼ਾਸ ਪ੍ਰੋਸੈਸ ਕਰ ਰਹੀ ਹੈ ਇਸ ਟਾਈਮ। ਸੋ ਬਾਕੀ ਤਮਾਮ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਉੱਪਰ ਫਿਲਹਾਲ ਰੋਕ ਆ। ਸੋ ਇਸ ਟਾਈਮ ਸਿਰਫ F1 ਵੀਜ਼ਾਸ ਦੇ ਉੱਪਰ ਸਭ ਤੋਂ ਵੱਧ ਤਰਜੀਹ ਹੈ। ਹਾਲਾਂਕਿ J1 ਤੇ M1 ਬਿਕੋਜ਼ ਉਹ ਦੂਸਰੇ ਸਕਾਲਰਸ ਦੇ ਵੀਜ਼ਾਸ ਦੇ ਰਿਲੇਟਡ ਹੈ। ਸਰ, ਇਸ ਨੂੰ ਥੋੜਾ ਬਰੀਫ ਕਰਕੇ ਦੱਸੋਗੇ F1 ਵੀਜ਼ਾ J1 ਵੀਜ਼ਾ ਨੂੰ? ਬੇਸਿਕਲੀ F1 ਵੀਜ਼ਾਸ ਜਿਹੜੇ ਨੇ ਇਹ ਸਭ ਤੋਂ ਵੱਧ ਜਿਹੜੇ ਸਟੂਡੈਂਟਸ ਅਪਲਾਈ ਕਰਦੇ ਨੇ ਇਹੀ ਨੇ, ਔਰ ਐਕਚੁਅਲ ਸਟੂਡੈਂਟ ਵੀਜ਼ਾ ਇਸੇ ਕੈਟਾਗਰੀ ਦੇ ਵਿੱਚ ਹੀ ਹੈ। ਸੋ F1 ਦੇ ਵਿੱਚ ਜਿਹੜਾ ਵੀਜ਼ਾ ਦੀ ਡਿਊਰੇਸ਼ਨ ਆ ਉਹ ਤਕਰੀਬਨ ਲਗਭਗ 5 ਸਾਲ ਦੀ ਹੁੰਦੀ ਹੈ, ਔਰ ਇਸ ਟਾਈਮ ਅੰਬੈਸੀ ਦਾ ਜ਼ੋਰ ਸਿਰਫ ਤੇ ਸਿਰਫ ਇਹਨਾਂ ਵੀਜ਼ਾ ਪ੍ਰੋਸੈਸ ਕਰਨ ਨੂੰ ਹੀ ਹੈ। ਉਹਦਾ ਕਾਰਨ ਇਹ ਹੈ ਕਿ ਬਿਕੋਜ਼ ਸਲੋ ਡਾਊਨ ਹੈ ਔਰ ਬਾਕੀ ਕੈਟਾਗਰੀਜ਼ ਦੇ ਉੱਪਰ ਫਿਲਹਾਲ ਰੋਕ ਹੈ। ਸੋ ਇਹੀ ਇੱਕ ਕੈਟਾਗਰੀ ਹੈ ਜਿਹਦੇ ਉੱਪਰ ਸਭ ਤੋਂ ਵੱਧ ਅਮਰੀਕਾ ਦੀ ਇਕੋਨਮੀ ਦਾ ਦਰੋਮਦਾਰ ਟਿਕਿਆ ਹੋਇਆ, ਬਿਕੋਜ਼ US ਉਹ ਮੁਲਕ ਆ ਜਿੱਥੇ ਦੁਨੀਆ ਦੀਆਂ ਸਭ ਤੋਂ ਵੱਧ ਯੂਨੀਵਰਸਿਟੀਜ਼ ਨੇ। ਦੁਨੀਆ ਦਾ ਅਗਰ ਅਸੀਂ ਸਟੂਡੈਂਟਸ ਦਾ ਮੱਕਾ ਕਹੀਏ ਤਾਂ ਉਹਦੇ 'ਚ ਕੋਈ ਅਤਕਥਨੀ ਨਹੀਂ ਹੈ, ਬਿਕੋਜ਼ ਦੁਨੀਆ ਦੇ ਸਭ ਤੋਂ ਵੱਧ ਸਟੂਡੈਂਟਸ ਗਲੋਬਲੀ ਇੰਟਰਨੈਸ਼ਨਲੀ ਸਿਰਫ ਅਮਰੀਕਾ ਪੜ੍ਹਨ ਆਉਂਦੇ ਆ, ਔਰ ਇਹੀ ਕਾਰਨ ਆ ਕਿ ਅੰਬੈਸੀ ਨੇ ਤਰਜੀਹ ਦੇ ਕੇ ਰੱਖਿਆ ਹੋਇਆ ਕਿ ਜਿਹੜੇ F1 ਵੀਜ਼ਾਸ ਆ ਸਿਰਫ ਉਹਨਾਂ ਨੂੰ ਪ੍ਰੋਸੈਸ ਕੀਤਾ ਜਾ ਰਿਹਾ। ਔਰ ਇਹਦੇ ਨਾਲ ਹਾਲੇ ਤੱਕ ਤੁਸੀਂ ਅਗਰ ਨਾਰਮਲੀ ਅਪਾਇੰਟਮੈਂਟਸ ਅਗਰ ਵੇਖੋਗੇ ਅੰਬੈਸੀ ਦੀਆਂ ਕਿਸੇ ਵੀ ਹੋਰ ਕੈਟਾਗਰੀ 'ਚ, ਤੁਹਾਨੂੰ ਉਹ ਕਿਤੇ ਆਲਮੋਸਟ ਮਾਰਚ ਤੋਂ ਬਾਅਦ ਦੀਆਂ ਦਿਸਣਗੀਆਂ, ਔਰ ਇਸ ਕੈਟਾਗਰੀ ਤੁਸੀਂ ਅੰਬੈਸੀ ਨੂੰ ਰਿਕੁਐਸਟ ਕਰਦੇ ਹੋ, ਤੁਹਾਨੂੰ ਨਾਲ ਦੀ ਨਾਲ ਹੀ ਤਰੀਕ ਦੇ ਦਿੱਤੀ ਜਾਂਦੀ ਹੈ। ਔਰ ਜਿੱਦਾਂ ਮੈਂ ਦੱਸਿਆ ਕਿ ਹੁਣੇ ਰੀਸੈਂਟਲੀ 16 ਤੋਂ 20 ਨਵੰਬਰ ਦੇ ਵਿੱਚ ਇਹਨਾਂ ਨੇ ਵੀਜ਼ਾ ਵੀਕ ਸੈਲੀਬ੍ਰੇਟ ਕੀਤਾ ਸੀ, ਔਰ ਵੀਜ਼ਾ ਵੀਕ ਦੇ ਵਿੱਚ ਕੀ ਕਰਦੇ ਆ ਕਿ ਉਹ ਇੱਕ ਬਹੁਤ ਸੁਖਾਵਾਂ ਮਾਹੌਲ ਬਣਾ ਦਿੱਤਾ ਜਾਂਦਾ ਸਟੂਡੈਂਟਸ ਦੇ ਲਈ, ਤਾਂ ਕਿ ਸਟੂਡੈਂਟਸ ਨੂੰ ਪਤਾ ਹੋਵੇ US ਐਜੂਕੇਸ਼ਨ ਦਾ, US ਕਲਚਰ ਦਾ, ਔਰ ਇਹ ਇੱਕ ਤਰੀਕੇ ਦੀ ਸਾਲ ਦੀ ਪ੍ਰਮੋਸ਼ਨ ਵੀ ਹੈ। ਔਰ ਇਹ ਫਿਜ਼ੀਕਲੀ ਐਤਕੀ ਵੇਖਣ ਨੂੰ ਮਿਲਿਆ ਕਿ ਜਿੰਨੇ ਵੀ ਵੀਜ਼ਾਸ ਹੁਣ ਤੱਕ ਵੀ ਜਿਹੜੇ ਵੀਜ਼ਾ ਸਾਡੇ ਸਟੂਡੈਂਟਸ ਅੱਜ ਦੇ ਵਿੱਚ ਵੀ ਜਿਹੜੇ ਆਏ ਆ, ਤੇ ਉਹ ਆਲਮੋਸਟ ਸਾਰੇ ਵੀਜ਼ਾਸ ਕਲੀਅਰ ਨੇ। ਔਰ ਨਾਰਮਲੀ ਅੱਗੇ ਕੀ ਹੁੰਦਾ ਕਿ ਅੰਬੈਸੀ ਜਿਹੜੀ ਹੈ ਇੱਕ ਸਟੂਡੈਂਟ ਨੂੰ ਅੱਧਾ ਘੰਟਾ ਤੱਕ ਇੰਟਰਵਿਊ ਕਰਦੀ ਹੈ, ਔਰ ਹੁਣ ਕਿਸੇ ਸਟੂਡੈਂਟਸ ਦੀਆਂ 2-3 ਮਿੰਟ ਦੇ ਵਿੱਚ ਵੀ ਇੰਟਰਵਿਊ ਲੈ ਕੇ ਕਰੋਨਾ ਵਾਇਰਸ ਤੋਂ ਬਾਅਦ ਆਇਆ ਇਹ ਬੇਸਿਕਲੀ ਕੋਵਿਡ ਦਾ ਤਾਂ ਰੀਜ਼ਨ ਹੈ ਹੀ ਹੈ, ਕਿਉਂਕਿ ਜਿੰਨੇ ਵੀ ਸਟੂਡੈਂਟ ਵੀਜ਼ਾਸ ਨੇ ਇਹ ਹਰ ਮੁਲਕ ਦੀ ਇਕੋਨਮੀ ਦੀ ਰੀੜ ਨੇ। ਕਾਰਨ ਕੀ ਹੈ ਕਿ ਜਿੰਨਾ ਤੁਸੀਂ ਫੋਰਨ ਡਾਇਰੈਕਟ ਇਨਵੈਸਟਮੈਂਟਸ ਤੋਂ ਉਨਾ ਪੈਸਾ ਹਾਸਲ ਨਹੀਂ ਕਰਦੇ ਜਿੰਨਾ ਤੁਸੀਂ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਕਮਿਊਨਿਟੀ ਤੋਂ ਲੈਂਦੇ ਹੋ, ਔਰ ਜਿਹੜੀ ਤੁਸੀਂ FDI ਲੈਂਦੇ ਹੋ ਕਿਸੇ ਵੀ ਮੁਲਕ ਤੋਂ, ਅਗਰ ਕੋਈ ਇਨਵੈਸਟ ਕਰਦਾ ਆ ਉਹਨੂੰ ਵਾਪਸ ਰੀਪੇ ਕਰਨਾ ਪੈਂਦਾ ਆ, ਔਰ ਇੰਟਰਨੈਸ਼ਨਲ ਸਟੂਡੈਂਟ ਸਿਰਫ ਪੈਸਾ ਲੈ ਕੇ ਆਉਂਦਾ ਆ, ਰੀਪੇਮੈਂਟ ਦਾ ਕੋਈ ਉਹਦੇ 'ਚ ਕਲੌਜ਼ ਨਹੀਂ ਹੈਗਾ, ਬਿਕੋਜ਼ ਸਟੂਡੈਂਟ ਕੱਲ੍ਹ ਨੂੰ ਇਸੇ ਸਮਾਜ 'ਚ ਫਿੱਟ ਹੋ ਜਾਣਾ, ਇੱਥੇ ਰਹਿਣ ਲੱਗ ਜਾਣਾ, ਸੋ ਉਹ ਵਾਪਸ ਇੱਥੋਂ ਨਹੀਂ ਲੈ ਕੇ ਜਾ ਰਿਹਾ। ਸੋ ਕੋਈ ਵੀ ਮੁਲਕ ਦੇ ਵਿੱਚ ਅਗਰ ਕੋਈ ਕੰਪਨੀ ਬਾਹਰੋਂ ਆਉਂਦੀ ਆ ਫੋਰਨ ਡਾਇਰੈਕਟ ਇਨਵੈਸਟਮੈਂਟਸ ਲੈ ਕੇ, ਉਹ ਕੰਪਨੀ ਅੱਜ ਆਏਗੀ, 2-4 ਸਾਲ ਇੱਥੇ ਇਨਵੈਸਟ ਕਰੇਗੀ, ਔਰ ਇੱਕ ਦਿਨ ਐਸਾ ਆਏਗਾ ਕਿ ਉਹ ਇੱਥੋਂ ਸਾਰਾ ਸਰਮਾਇਆ ਚੱਕ ਕੇ ਬਾਹਰ ਲੈ ਜਾਣਾ ਸ਼ੁਰੂ ਹੋ ਜਾਏਗੀ। ਸਰ, ਜਿਸ ਤਰ੍ਹਾਂ ਸੁਣਨ ਵਿੱਚ ਆਇਆ ਸੀਗਾ ਕਿ ਆਨਲਾਈਨ ਕਲਾਸਿਸ ਵੀ ਅਟੈਂਡ ਕਰ ਸਕਦੇ ਹਾਂ ਅਸੀਂ ਇੰਡੀਆ ਦੇ ਵਿੱਚ ਬੈਠ ਕੇ ਫੋਰਨ ਕੰਟਰੀਜ਼ ਦੇ ਵਿੱਚ, ਇਸ ਤਰ੍ਹਾਂ ਦਾ ਵੀ ਕੁਝ ਚੱਲ ਰਿਹਾ ਹੈ? ਓਬਵੀਅਸਲੀ US ਦੇ ਵਿੱਚ ਇਹ ਚੀਜ਼ ਸ਼ੁਰੂ ਤੋਂ ਹੀ ਆ, ਔਰ ਟਰੰਪ ਗਵਰਨਮੈਂਟ ਨੂੰ ਥੋੜ੍ਹੀ ਬਹੁਤ ਇਹਦੇ ਨਾਲ ਦਿੱਕਤ ਵੀ ਸੀ, ਬਿਕੋਜ਼ ਟਰੰਪ ਗਵਰਨਮੈਂਟ ਨੇ ਜਦੋਂ H1 ਦੇ ਉੱਪਰ ਰੋਕ ਲਾਈ ਉਦੋਂ ਨਾਲ ਇੱਕ ਐਡੀਸ਼ਨਲ ਕਲੌਜ਼ ਲੈ ਕੇ ਆਂਦਾ ਕਿ ਜਿਹਦੇ 'ਚ ਇਹ ਕਿਹਾ ਗਿਆ ਕਿ ਜਿਹੜੀਆਂ ਯੂਨੀਵਰਸਿਟੀਜ਼ ਆਨਲਾਈਨ ਕਲਾਸ ਲਾ ਰਹੀਆਂ ਉਹਨਾਂ ਦੇ ਵੀਜ਼ਾਸ ਨਹੀਂ ਮਿਲਣੇ ਜਾਂ ਉਹਨਾਂ ਦੇ ਵੀਜ਼ਾਸ ਐਕਸਟੈਂਡ ਨਹੀਂ ਹੋਣੇ। ਹਾਲਾਂਕਿ ਉਹਨੂੰ ਚੈਲੰਜ ਕਰਕੇ ਮੁੜ ਕੇ ਇਹਨੂੰ ਹਟਾ ਦਿੱਤੀ ਗਈ ਰੋਕ ਇਹ, ਪਰ ਬਿਕੋਜ਼ ਇੱਕ ਵਾਰੀ ਇਹਦੇ ਉੱਪਰ ਘਮਾਸਾਨ ਖੇਡ ਛਿੜ ਗਿਆ ਸੀਗਾ। ਸੋ ਓਬਵੀਅਸਲੀ ਹੁਣ ਉਸ ਤੋਂ ਬਾਅਦ ਜਿੰਨੀਆਂ ਵੀ ਯੂਨੀਵਰਸਿਟੀਜ਼ ਨੇ ਉਹ ਆਪਣੀ ਮਾਰਕੀਟਿੰਗ ਦੇ ਉੱਪਰ, ਆਪਣੇ ਸਰਵਾਈਵਲ ਦੇ ਉੱਪਰ ਆ ਗਈਆਂ ਨੇ, ਔਰ ਯੂਨੀਵਰਸਿਟੀਜ਼ ਇਸ ਟਾਈਮ ਪ੍ਰਮੋਸ਼ਨ ਦੇ ਉੱਪਰ ਨੇ, ਔਰ ਯੂਨੀਵਰਸਿਟੀਜ਼ ਦੁਨੀਆ ਦੀਆਂ ਸਭ ਤੋਂ ਵੱਧ ਸਕਾਲਰਸ਼ਿਪ ਗ੍ਰਾਂਟ ਕਰਨ ਵਾਲੀ ਯੂਨੀਵਰਸਿਟੀਜ਼ ਵੀ ਅਮਰੀਕਾ ਦੇ ਵਿੱਚ ਹੀ ਨੇ। ਸਰ, ਜਿਸ ਤਰ੍ਹਾਂ ਸਰਕਾਰ ਬਦਲੀ ਹੈ, ਟਰੰਪ ਸਰਕਾਰ ਹਟ ਚੁੱਕੀ ਹੈ, ਉੱਥੇ ਹੁਣ ਜੋ ਬਿਡੇਨ ਦੀ ਸਰਕਾਰ ਹੈ, H1B ਵੀਜ਼ਾ ਖੁੱਲ੍ਹਣ ਦੇ ਸਾਰੇ ਹੈਗੇ ਇਸ ਨਾਲ? ਮੈਮ, ਇੱਕ ਐਗਜ਼ੀਕਿਊਟਿਵ ਆਰਡਰ ਸੀ ਟਰੰਪ ਸਾਹਿਬ ਨੇ ਲੈ ਕੇ ਆਂਦਾ, ਹਾਲਾਂਕਿ ਹਾਲੇ ਤੱਕ ਪ੍ਰੈਜ਼ੀਡੈਂਟ ਉਹ ਹੀ ਨੇ, ਔਰ ਜਿਹੜੇ ਨਵੇਂ ਰਾਸ਼ਟਰਪਤੀ ਨੇ ਸਹੁੰ ਚੱਕਣੀ ਹੈ ਉਹ 20 ਜਨਵਰੀ ਦੇ ਲਗਭਗ ਨੇੜੇ ਹੈ। ਸੋ ਤਦ ਤੱਕ ਲਈ ਜਿਹੜੀ ਰੋਕ ਸੀਗੀ ਜਿਹਨੂੰ ਅਸੀਂ ਪ੍ਰੈਜ਼ੀਡੈਂਸ਼ੀਅਲ ਐਗਜ਼ੀਕਿਊਟਿਵ ਆਰਡਰ ਕਹਿੰਦੇ ਆ,
ਉਹ ਰੋਕ ਸਿਰਫ ਤੇ ਸਿਰਫ 31 ਦਸੰਬਰ 2020 ਤੱਕ ਸੀ। ਸੋ ਅਸਲ ਦੇ ਵਿੱਚ ਅਗਰ ਉਹਨੂੰ ਫਰਦਰ ਐਕਸਟੈਂਡ ਨਹੀਂ ਕੀਤਾ ਜਾਂਦਾ ਟਰੰਪ ਸਾਹਿਬ ਵੱਲੋਂ, ਬਿਕੋਜ਼ ਤਦ ਤੱਕ ਹੁਣ ਤੱਕ ਟਰੰਪ ਸਾਹਿਬ ਹੀ ਇਸ ਟਾਈਮ ਐਕਟਿੰਗ ਪ੍ਰੈਜ਼ੀਡੈਂਟ ਨੇ, ਔਰ ਅਗਰ ਉਹ ਦੁਬਾਰਾ ਉਹਦੇ ਉੱਪਰ ਨਹੀਂ ਰੌਲਾ ਪਾਇਆ ਜਾਂਦਾ ਤੇ ਤੁਸੀਂ ਇਹ ਸਮਝ ਲਓ ਕਿ 1 ਜਨਵਰੀ ਤੋਂ H1 ਬਹਾਲ ਹੋ ਜਾਏਗਾ। ਔਰ H1 ਦੇ ਉੱਪਰ ਵੀ ਬੜੀਆਂ ਜਿਹੜੀਆਂ ਕੁਝ ਕੰਪਨੀਆਂ ਨੇ ਚੈਲੰਜ ਕੀਤਾ, ਉਹ ਜੱਜ ਨੇ ਉਹਨਾਂ ਦੇ ਫੇਵਰ 'ਚ ਆਪਣੀ ਰਿਪੋਰਟਿੰਗ ਦਿੱਤੀ ਹੈ ਜਾਂ ਜੱਜਮੈਂਟ ਦਿੱਤੀ ਹੈ। ਉਹ ਵੀ ਇਤਿਹਾਸਿਕ ਸੀਗਾ ਕਿ ਉਹਨਾਂ ਨੇ ਗਵਰਨਮੈਂਟ ਦੇ ਅਗੇਂਸਟ ਜਾ ਕੇ ਕਿ ਉਹਨਾਂ ਕੰਪਨੀਆਂ ਨੂੰ ਛੋਟ ਦਿੱਤੀ ਕਿ ਤੁਸੀਂ ਆਪਣੇ EMPLOYEES ਹਾਇਰ ਕਰ ਸਕਦੇ ਹੋ ਅਗਰ ਤੁਹਾਡਾ ਨਹੀਂ ਸਰਦਾ। ਸੋ ਇਸ ਤਰੀਕੇ ਨਾਲ H1 ਦੇ ਉੱਪਰ ਤੋਂ ਰੋਕ ਬਿਲਕੁਲ ਹਟ ਜਾਏਗੀ। ਸਰ ਉਸ ਨਾਲ ਫਾਇਦਾ ਹੋਏਗਾ ਕਿਉਂਕਿ H1B ਵੀਜ਼ਾ ਜਿਹੜੇ ਨੇ ਜ਼ਿਆਦਾਤਰ IT ਕੰਪਨੀਆਂ ਤੋਂ ਮਿਲਦੇ ਨੇ, ਭਾਰਤੀ ਜ਼ਿਆਦਾ ਹਿੱਸੇਦਾਰੀ ਰੱਖਦੇ ਨੇ ਉਹਦੇ ਵਿੱਚ। ਬਿਲਕੁਲ IT ਪ੍ਰੋਫੈਸ਼ਨਲਸ ਦੁਨੀਆ ਦੇ ਜਿਹੜੇ ਅਗਰ ਸਭ ਤੋਂ ਵੱਧ ਸਾਡੇ ਇੰਡੀਅਨਸ ਨੂੰ ਕਿਤੇ ਅਗਰ ਪਨਾਹ ਮਿਲੀ ਹੈ, ਜਗ੍ਹਾ ਮਿਲੀ ਹੈ ਜਾਂ ਮਾਨ ਸਨਮਾਨ ਮਿਲਿਆ ਜਾਂ ਉਹਨਾਂ ਨੂੰ ਰੋਜ਼ੀ ਰੋਟੀ ਮਿਲੀ ਜਾਂ ਉਹਨਾਂ ਨੂੰ ਮਤਲਬ ਜਿਹੜਾ ਹਾਈਐਸਟ ਸਟੈਂਡਰਡਸ ਆਫ ਅਰਨਿੰਗਸ ਆ ਉਹ ਅਮਰੀਕਾ ਦੇ ਵਿੱਚ ਹੀ ਮਿਲੇ ਆ, ਬਿਕੋਜ਼ ਉੱਥੋਂ ਦੀਆਂ ਕੰਪਨੀਆਂ ਪੇ ਆਫ ਕਰਦੀਆਂ ਨੇ ਔਰ ਇੰਨਾ ਕਿ ਪੇ ਆਫ ਕਰਦੀਆਂ ਨੇ ਕਿ ਯੈਸ ਉਹਦੀ ਸੀਮਾ ਕੋਈ ਨਹੀਂ ਆ। ਔਰ H1 ਦੇ ਵਿੱਚ ਬਿਲਕੁਲ ਸਭ ਤੋਂ ਵੱਧ ਸ਼ਮੂਲੀਅਤ ਜਿਹੜੀ ਲਿਆਕਤ ਦੀ ਆ, ਔਰ ਲਿਆਕਤ ਇੰਗਲੈਂਡ ਅਗਰ ਅਮਰੀਕਾ ਦੇ ਵਿੱਚ ਗੱਲ ਕਰੀਏ ਤਾਂ ਜਿਹੜੀ ਸਭ ਤੋਂ ਵੱਡੀ ਪਰਸੈਂਟੇਜ ਆ ਜਿਹੜੀ ਗ੍ਰੈਜੂਏਟਸ ਦੀ ਜਾਂ ਜਿਹੜੇ ਪੜ੍ਹੇ ਲਿਖੇ ਲੋਕ ਆ। ਸੋ ਇੰਡੀਅਨਸ ਜਿੰਨੇ ਕੁ ਅਮਰੀਕਾ 'ਚ ਰਹਿੰਦੇ ਨੇ 67% ਉਹਦੇ 'ਚੋਂ ਗ੍ਰੈਜੂਏਟਸ ਨੇ। ਸੋ ਤੁਸੀਂ ਦੇਖੋਗੇ ਅਗਰ ਤੁਸੀਂ ਕਿਸੇ ਵੀ ਮੁਲਕ ਦੇ ਅੰਕੜੇ ਵੇਖੋਗੇ ਤਾਂ ਐਡੀ ਵੱਡੀ ਗ੍ਰੈਜੂਏਟਸ ਦੀ ਤੁਹਾਨੂੰ ਤਾਦਾਦ ਨਹੀਂ ਮਿਲੇਗੀ। ਸੋ ਇਹ ਇੱਕ ਅੰਕੜਾ ਹੈ ਕਿ ਜਿਹੜਾ ਇਹ ਸਿੱਧ ਕਰਦਾ ਕਿ ਸਭ ਤੋਂ ਵੱਧ ਲਿਆਕਤ ਵਾਲੇ ਜਾਂ ਪੜ੍ਹੇ ਲਿਖੇ ਲੋਕ ਇੰਡੀਅਨਸ ਜਿਹੜੇ ਨੇ ਉਹ ਅਗਰ ਕਿਸੇ ਸਮਾਜ 'ਚ ਬਾਹਰ ਨੇ ਤਾਂ ਉਹ ਅਮਰੀਕਾ ਦੇ ਵਿੱਚ ਨੇ। ਸਾਡੇ ਲਈ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਆਪਣੇ ਭਾਰਤੀਆਂ ਲਈ। ਸਰ ਜਿਸ ਤਰ੍ਹਾਂ ਮੈਂ ਬੈਚਲਰਸ ਕਰ ਚੁੱਕੀ ਹਾਂ, ਫਿਲਹਾਲ ਮੇਰੀ ਡਿਗਰੀ ਪੂਰੀ ਹੋ ਗਈ ਹੈ, ਮੈਂ ਜੇ ਇੱਕ ਵੀਜ਼ਾ ਲਗਵਾਉਣਾ ਹੋਵੇ ਤਾਂ ਮੇਰੀ ਰਿਕੁਆਇਰਮੈਂਟ ਕੀ ਰਹੇਗੀ ਪੈਨ ਦੀ? ਕਿਹੜੇ ਕੰਟਰੀ ਦਾ? ਆਸਟ੍ਰੇਲੀਆ ਦਾ। ਆਸਟ੍ਰੇਲੀਆ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਯੂ ਨੀਡ ਟੂ ਹੈਵ 6.5, ਸੋ 6.5 ਸਕੋਰ ਤੁਹਾਨੂੰ ਚਾਹੀਦਾ ਹੈ। ਸਰ ਆਇਲਟਸ ਕਰਨੀ ਪਏਗੀ ਜਾਂ ਫਿਰ PTE? ਅਸਲ ਦੇ ਵਿੱਚ PTE, ਆਇਲਟਸ, ਟੋਫਲ ਜਿੰਨੇ ਕੁ ਵੀ ਨੇ, ਡੂਓਲਿੰਗੋ, ਵਟਐਵਰ ਯੂ ਨੇਮ ਇਟ, ਬੇਸਿਕਲੀ ਇਹ ਸਾਰੇ ਲੈਂਗੁਏਜ ਟੈਸਟ ਨੇ ਔਰ ਇਹਦੇ 'ਚੋਂ ਤਕਰੀਬਨ ਅਸੈਪਟੇਬਲ ਨੇ ਹੁਣ ਆਲਮੋਸਟ ਸਾਰੇ ਪਾਸੇ ਹੀ, ਬਿਕੋਜ਼ ਆਇਲਟਸ ਸਭ ਤੋਂ ਜ਼ਿਆਦਾ ਵਾਈਡਲੀ ਸਪਰੈਡ ਆ ਤੇ ਆਇਲਟਸ ਸਭ ਤੋਂ ਜ਼ਿਆਦਾ ਅਸੈਪਟੇਬਲ ਆ। ਇਹ ਸਾਰੇ ਪੈਰਾਮੀਟਰਸ ਨੇ ਜਿਹਨਾਂ 'ਤੇ ਕਿਸੇ ਦੀ ਵੀ ਇੰਗਲਿਸ਼ ਮਈਅਰ ਕਰ ਸਕਾਂ। ਸੋ ਤੁਸੀਂ ਕਿਸੇ ਵੀ ਲੈਂਗੁਏਜ ਵਿੱਚ ਕਿਸੇ ਵੀ ਟੈਸਟ ਵਿੱਚ ਦਿੱਤਾ ਹੋਵੇ, ਚਾਹੇ ਤੁਸੀਂ ਆਇਲਸ ਕੀਤਾ ਹੋਵੇ ਚਾਹੇ ਤੁਸੀਂ PTE ਕੀਤੀ ਹੋਵੇ, ਦੋਨੋਂ ਹੀ ਇਕੁਅਲ ਨੇ। ਸੋ ਆਸਟ੍ਰੇਲੀਆ ਵਿੱਚ ਕੋਈ ਏਡਾ ਖਾਸ ਫਰਕ ਨਹੀਂ ਪੈਂਦਾ। ਈਵਨ ਕੈਨੇਡਾ ਦੇ ਵਿੱਚ ਤੁਹਾਨੂੰ 6.5 ਸਕੋਰ ਚਾਹੀਦਾ ਆ, ਕੈਨੇਡਾ ਦੇ ਵਿੱਚ ਵੀ। ਔਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਲਜਸ ਆ ਉਹ ਹਾਲੇ PTE ਨੂੰ ਅਸੈਪਟ ਨਹੀਂ ਕਰਦੇ, ਹਾਲਾਂਕਿ PTE ਬਹੁਤ ਜਗ੍ਹਾ ਅਸੈਪਟ ਹੋਣ ਲੱਗ ਗਈ ਆ। ਇਹ ਉਲਟਾ ਆ ਕਿ ਕੈਨੇਡਾ ਦੇ ਲਈ ਅਗਰ ਜਿਹੜੀ ਰੂਲ ਬੁੱਕ ਦੇ ਅਕੋਰਡਿੰਗ ਵੇਖੀਏ ਤਾਂ ਇੱਕੋ ਇੱਕ ਟੈਸਟ ਜਿਹੜਾ ਅਸੈਪਟੇਬਲ ਆ ਉਹ ਹੈਗਾ ਆਇਲਟਸ, ਬਿਕੋਜ਼ ਜਿਹੜੀ SDS ਕੈਟਾਗਰੀ ਆ ਸਟੂਡੈਂਟ ਡਾਇਰੈਕਟ ਸਟਰੀਮ, ਉਹਦੇ ਵਿੱਚ ਅਗਰ ਸਟੂਡੈਂਟ ਨੇ ਅਪਲਾਈ ਕਰਨਾ ਹੈ SDS ਵਿੱਚ ਅਪਲਾਈ ਕਰਨਾ ਤਾਂ ਉਹਦੇ ਕੋਲ ਸਿਰਫ ਆਇਲਟਸ ਆ ਤਾਂ ਉਹ SDS ਕੈਟਾਗਰੀ 'ਚ ਫਾਈਲ ਹੁੰਦਾ। ਅਗਰ ਉਹ ਕੋਲ ਆਇਲਟਸ ਨਹੀਂ ਹੈਗਾ ਤਾਂ ਫਿਰ ਉਹ ਨੌਨ SDS ਕੈਟਾਗਰੀ ਵਿੱਚ ਚਲ ਜਾਂਦਾ ਆ। ਹਾਲਾਂਕਿ ਜਿੱਦਾਂ ਮੈਂ ਦੱਸਿਆ ਕਿ ਇਹ ਉਲਟਾ ਹੈ ਉੱਥੇ ਕਿ ਉੱਥੇ ਵੀ PTE ਅਸੈਪਟ ਹੋਣੀ ਸ਼ੁਰੂ ਹੋ ਗਈ ਹੈ। ਸਰ PTE ਦੀ ਸਕੋਰਿੰਗ ਕਿਸ ਬੇਸ ਤੇ ਹੁੰਦੀ ਹੈ? ਜਿੱਦਾਂ ਆਇਲਟਸ ਬੈਂਡ ਆਉਂਦੇ ਨੇ ਉਹਦੇ ਵਿੱਚ ਵੀ ਬਿਲਕੁਲ ਨੰਬਰ ਹੀ ਨੇ, ਬਿਕੋਜ਼ ਜਿਹੜੀ ਵੀ ਤੁਹਾਡੀ ਸਕੋਰਿੰਗ ਆ ਉਹ ਰੀਡਿੰਗ, ਰਾਈਟਿੰਗ, ਸਪੀਕਿੰਗ, ਲਿਸਨਿੰਗ ਦੇ ਵਿੱਚੋਂ ਹੀ ਆ। ਸੇਮ ਆਲਮੋਸਟ ਤੁਸੀਂ ਕੋਈ ਵੀ ਦੁਨੀਆ ਦਾ ਟੈਸਟ ਲਓਗੇ ਸਭ ਦੇ ਵਿੱਚ ਰੈਂਕਿੰਗ ਇਸੇ ਤਰੀਕੇ ਨਾਲ ਹੀ ਆ। ਸੋ ਉਹਦੇ 'ਚ ਤੁਸੀਂ ਜਾਣਦੇ ਵੀ ਇਸੇ ਤਰੀਕੇ ਨੂੰ ਕਿ ਅਗਰ ਮੇਰੇ ਕੋਲ 56 ਹੋ ਗਏ ਇਕੁਇਲੈਂਟ ਟੂ 6 ਆ, ਅਗਰ 52 ਹੋ ਗਏ ਉਹ ਤੋਂ ਘੱਟ ਨੇ। ਸੋ ਤੁਸੀਂ ਰੈਂਕਿੰਗ ਅਲੱਗ-ਅਲੱਗ ਕਰਦੇ ਹੋ, ਪਰ ਜਿਹੜੇ ਪੈਰਾਮੀਟਰਸ ਨੇ, ਜਿਹੜਾ ਸਕੇਲ ਆ, ਜਿਹੜਾ ਫੁੱਟਾ ਆ, ਉਹ ਚਾਰੇ ਪੈਰਾਮੀਟਰਸ ਨੂੰ ਮਿਲਦਾ ਹੈ। ਸਰ ਟੋਇਫਲ ਟੈਸਟ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਦਰਸ਼ਕਾਂ ਨੂੰ। ਟੋਫਲ ਦੁਨੀਆ ਦਾ ਸਭ ਤੋਂ ਪੁਰਾਣਾ ਟੈਸਟ ਆ। ਟੋਫਲ ਬਿਕੋਜ਼ ਟੈਸਟ ਆਫ ਇੰਗਲਿਸ਼ ਐਜ਼ ਫੋਰਨ ਲੈਂਗੁਏਜ ਇਹ ਅਮਰੀਕਾ ਨੇ ਸ਼ੁਰੂ ਕੀਤਾ ਸੀ। ਜਦੋਂ ਅਮਰੀਕਾ ਦੁਨੀਆ ਦਾ ਪਹਿਲਾ ਕੰਟਰੀ ਹੈ ਜਿਹਨੇ ਸਟੂਡੈਂਟਸ ਨੂੰ ਲੈਣਾ ਸ਼ੁਰੂ ਕੀਤਾ ਸੀ। ਔਰ ਸਭ ਤੋਂ ਪਹਿਲਾਂ ਅਗਰ ਕੋਈ ਲੈਂਗੁਏਜ ਟੈਸਟ ਸੀਗਾ ਜਿਹੜਾ ਯੂਨੀਵਰਸਿਟੀਜ਼ ਅਸੈਪਟ ਕਰਦੀਆਂ ਸੀ ਤਾਂ ਉਹ ਟੋਫਲ ਸੀ। ਸੋ ਟੋਫਲ ਸਟਾਰਟਡ ਵਿਦ USA, ਹਾਲਾਂਕਿ ਇਹ ਆਇਲਟਸ ਤੋਂ ਬਹੁਤ ਦੇਰ ਪਹਿਲਾਂ ਦਾ ਟੈਸਟ ਆ। ਆਇਲਟਸ ਇਜ਼ ਅ ਵੈਰੀ ਰੀਸੈਂਟ ਟੈਸਟ। ਆਇਲਟਸ ਕੋਈ ਬਹੁਤ ਜ਼ਿਆਦਾ ਪੁਰਾਣਾ ਟੈਸਟ ਨਹੀਂ ਹੈ, ਬਟ ਆਇਲਟਸ ਸਪਰੈਡ ਅਪ ਜ਼ਿਆਦਾ ਆ। ਸੋ ਆਇਲਟਸ ਵਾਈਡਲੀ ਅਸੈਪਟਡ ਆ ਔਰ ਟੋਫਲ ਵੀ ਇਕੁਅਲੀ ਗੁੱਡ ਆ, ਇਕੁਅਲੀ ਅਸੈਪਟਡ ਆ। ਬਟ ਆਇਲਟਸ ਦੀ ਜਿਹੜੀ ਮਾਰਕੀਟਿੰਗ ਆ, ਆਇਲਟਸ ਦੀ ਜਿਹੜੀ ਪ੍ਰਮੋਸ਼ਨ ਆ ਉਹ ਜ਼ਰੂਰਤ ਤੋਂ ਜ਼ਿਆਦਾ ਆ। ਸੋ ਇਸ ਕਰਕੇ ਆਇਲਟਸ ਸਭ ਤੋਂ ਜ਼ਿਆਦਾ ਵਾਈਡਲੀ ਅਸੈਪਟਡ ਆ। ਸਰ ਟੂਰਿਸਟ ਵੀਜ਼ਾ ਜਿਹੜੇ ਆ ਉਹ ਅਮਰੀਕਾ ਲਈ ਕਦੋਂ ਤੋਂ ਖੁੱਲ੍ਹਣ ਦੇ ਅਸਾਰ ਹੈ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹਾਲੇ ਸਿਰਫ ਸਟੂਡੈਂਟ ਵੀਜ਼ਾ ਨੂੰ ਐਕਸੈਪਟ ਕੀਤਾ ਜਾ ਰਿਹਾ ਹੈ। ਮੈਮ ਇਹਦੇ ਬਾਰੇ ਕੋਈ ਕਲੈਰਿਟੀ ਨਹੀਂ ਹੈਗੀ, ਬਿਕੋਜ਼ ਗਵਰਨਮੈਂਟਸ ਨੇ ਹਾਲੇ ਤੱਕ ਬਿਕੋਜ਼ ਜਿਹੜੀ ਨਵੀਂ ਗਵਰਨਮੈਂਟ ਆਈ ਨਹੀਂ ਆ ਔਰ ਨਵੀਂ ਗਵਰਨਮੈਂਟ ਆ ਕੇ ਕੋਈ ਕਲੈਰੀਫਾਈ ਕਰੇ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਯੈਸ ਬਾਏ ਜਨਵਰੀ ਸਾਨੂੰ ਕੋਈ ਸੁਣਨ ਨੂੰ ਮਿਲੇਗਾ। ਸੋ ਦਸੰਬਰ ਆਈ ਗੈਸ ਇਹਦੇ 'ਚ ਕੋਈ ਬਹੁਤ ਖਾਸ ਨਹੀਂ ਹੈਗਾ।
ਅਗਰ ਟੂਰਿਸਟ ਵੀਜ਼ਾ ਤੁਸੀਂ ਇਸ ਟਾਈਮ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਕੈਨੇਡਾ ਓਪਨ ਹੈ ਔਰ ਈਵਨ ਇੰਗਲੈਂਡ ਓਪਨ ਹੈ, ਬਟ ਯੂਐਸ ਦੇ ਵਿੱਚ ਹਾਲੇ ਕੋਈ ਬਹੁਤ ਜ਼ਿਆਦਾ ਸਾਨੂੰ ਕਹਿ ਲਓ ਕਿ ਕੋਈ ਹਲਚਲ ਨਹੀਂ ਦਿਸ ਰਹੀ ਕਿ ਯੂਐਸ ਰਾਤੋਂ ਰਾਤ ਕਵੇ ਕਿ ਯੈਸ ਵੀ ਆਰ ਓਪਨ, ਵੀ ਸਟਾਰਟ ਡਿਲੀਵਰਿੰਗ, ਬਿਕੋਜ਼ ਅਪਾਇੰਟਮੈਂਟਸ ਆ ਔਰ ਜਿਹੜੇ ਲੋਕਡਾਊਨ ਕਰਕੇ 100% ਪਰਫਾਰਮੈਂਸ ਜਿਹੜੀ ਅੰਬੈਸੀਜ਼ ਦੀ ਉਹ ਨਹੀਂ ਚੱਲ ਰਹੀ। ਸੋ ਅੰਬੈਸੀਜ਼ ਪਾਰਸ਼ਲੀ ਕੰਮ ਕਰਦੀਆਂ ਨੇ, ਸੋ ਜਦੋਂ ਅੰਬੈਸੀਜ਼ ਖੁੱਲ੍ਹ ਕੇ ਕੰਮ ਕਰਨਗੀਆਂ ਉਦੋਂ ਯੈਸ ਉਹ ਕੋਈ ਵੀ ਨੰਬਰ ਚੇਜ਼ ਕਰ ਲੈਂਦੀਆਂ ਨੇ। ਸਰ ਕੋਵਿਡ ਤੋਂ ਬਾਅਦ ਕੰਟਰੀਜ਼ ਦੇ ਰੂਲਸ ਦੇ ਵਿੱਚ ਕੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ? ਕੋਵਿਡ ਤੋਂ ਤੇ ਸਭ ਤੋਂ ਪਹਿਲੀ ਚੀਜ਼ ਤੇ ਇਹੀ ਆ ਕਿ ਕੋਵਿਡ ਤੋਂ ਬਾਅਦ ਜਿਹੜੀ ਇਹਤਿਆਤ ਆ ਉਹ ਜ਼ਿਆਦਾ ਹੋ ਗਈ। ਸੋ ਕੋਵਿਡ ਨੇ ਇੱਕ ਹੋਰ ਚੀਜ਼ ਨੂੰ ਦਿੱਤਾ ਜਨਮ ਕਿ ਜਿਹੜੀਆਂ ਚੀਜ਼ਾਂ ਫਿਜ਼ੀਕਲ ਰੂਪ 'ਚ ਜ਼ਿਆਦੀਆਂ ਸੀ, ਜਿੱਦਾਂ ਕੈਨੇਡਾ ਟੋਟਲ ਫਿਜ਼ੀਕਲ ਐਪਲੀਕੇਸ਼ਨ ਸੀਗੀਆਂ, ਸੋ ਉਹ 100% ਆਨਲਾਈਨ ਹੋ ਗਈਆਂ। ਸੋ ਕੈਨੇਡਾ ਦੇ ਵਿੱਚ ਹੁਣ ਆਲਮੋਸਟ ਸਾਰੀ ਕੰਟਰੀਜ਼ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਾ ਪ੍ਰੋਸੈਸ ਆ ਉਹ ਇਸ ਟਾਈਮ ਜਿਹੜੀ ਇਹ ਵਰਕਿੰਗ ਐਮਬੈਸੀਜ਼ ਨੇ ਉਹ ਤਕਰੀਬਨ ਆਲਮੋਸਟ 100% ਆਨਲਾਈਨ ਹੋ ਗਿਆ। ਸੋ ਪੇਪਰਾਂ ਤੋਂ ਦੂਰੀ ਬਣਾ ਲਈ ਗਈ। ਬਾਕੀ ਅਗਰ ਕਾਨੂੰਨਾਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਪਿਆ, ਬਿਕੋਜ਼ ਇਹਦੇ 'ਚ ਪਹਿਲਾਂ ਨਾਲੋਂ ਜਿਹੜੀਆਂ ਐਪਲੀਕੇਸ਼ਨਸ ਘਟੀਆਂ ਨੇ। ਹਾਂ, ਜਿਹੜਾ ਹੁਣ ਦਸੰਬਰ ਦਾ ਮਹੀਨਾ ਚੱਲ ਰਿਹਾ ਇਹਦੇ ਵਿੱਚ ਕੁਝ ਕੰਟਰੀਜ਼ ਨੇ, ਜਿੱਦਾਂ ਹੁਣ ਆਸਟ੍ਰੇਲੀਆ ਬਿਲਕੁਲ ਹੀ ਕਲੋਜ਼ ਸੀ, ਆਸਟ੍ਰੇਲੀਆ ਨੇ ਇਸ ਟਾਈਮ ਇੰਨੇ ਵੀਜ਼ਾਸ ਦੇਣੇ ਸ਼ੁਰੂ ਕਰਤੇ ਆ ਕਿ ਲੱਗਦਾ ਕਿ ਆਸਟ੍ਰੇਲੀਆ ਦਾ ਡਰ ਮੁੱਕ ਗਿਆ। ਪਰ ਆਸਟ੍ਰੇਲੀਆ ਨੂੰ ਵੀ ਕੌਨਫੀਡੈਂਸ ਵਿਨ ਕਰਨਾ ਪੈਣਾ ਕਿ ਉਹਨੇ ਹਾਲੇ ਫਲਾਈਟਸ ਬਾਰੇ ਕੁਝ ਨਹੀਂ ਕਲੀਅਰ ਕੀਤਾ ਕਿ ਸਟੂਡੈਂਟ ਐਕਚੁਅਲ ਫਲਾਈ ਕਦੋਂ ਕਰਨਗੇ। ਕੁਝ ਯੂਨੀਵਰਸਿਟੀਜ਼ ਦੀ ਮੰਨੀਏ ਤਾਂ ਕੁਝ ਯੂਨੀਵਰਸਿਟੀਜ਼ ਇਹ ਕਹਿੰਦੀਆਂ ਨੇ ਕਿ ਸਾਡੇ ਕੋਲ ਅਗਰ ਬੱਚਿਆਂ ਦਾ ਬੈਚ ਹੋਏਗਾ, ਫੈਬ ਦੇ ਵਿੱਚ ਉਹ ਵੀ ਗੱਲ ਕਰਦੀਆਂ ਨੇ ਕਿ ਅਗਰ ਬੱਚਿਆਂ ਦਾ ਬੈਚ ਹੋਏਗਾ ਤਾਂ ਅਸੀਂ ਚਾਰਟਰਡ ਪਲੇਨ ਦੇ ਉੱਪਰ ਬੱਚਿਆਂ ਨੂੰ ਲੈ ਕੇ ਆ ਕੇ ਉਹਨਾਂ ਦੀ ਕਲਾਸਿਸ ਸ਼ੁਰੂ ਕਰ ਸਕਦੇ ਹਾਂ। ਸੋ ਇਹ ਫੈਬ ਦੇ ਵਿੱਚ ਕਿਤੇ ਨਾ ਕਿਤੇ ਉਮੀਦ ਹੈਗੀ ਹੈ ਕਿ ਆਸਟ੍ਰੇਲੀਆ ਟਰੈਵਲਿੰਗ ਸ਼ੁਰੂ ਹੋ ਜਾਵੇ। ਬਟ ਫॉर ਦਾ ਟਾਈਮ ਬੀਇੰਗ ਆਸਟ੍ਰੇਲੀਆ ਨੇ ਵੀਜ਼ਾਸ ਇੰਨੇ ਈਜ਼ੀਲੀ ਔਰ ਇੰਨੀ ਕਹਿ ਲਓ ਕਿ ਮਤਲਬ ਖੁੱਲ੍ਹ ਕੇ ਵੀਜ਼ਾਸ ਦੇਣੇ ਸ਼ੁਰੂ ਕੀਤੇ ਆ। ਸੋ ਬਹੁਤ ਸਾਰੇ ਸਟੂਡੈਂਟਸ ਦਾ ਸੁਪਨਾ ਸੀ ਆਸਟ੍ਰੇਲੀਆ ਜਾਣ ਦਾ, ਸੋ ਉਹ ਇਸ ਟਾਈਮ ਅਗਰ ਅਪਲਾਈ ਕਰਨਗੇ ਤਾਂ ਉਹ ਪੂਰਾ ਹੋ ਸਕਦਾ, ਬਿਕੋਜ਼ ਦਿਸ ਇਜ਼ ਦਾ ਬੈਸਟ ਟਾਈਮ। ਬਿਕੋਜ਼ ਆਸਟ੍ਰੇਲੀਆ ਕਾਫੀ ਦੇਰ ਤੋਂ ਵੀਜ਼ਾਸ ਨੂੰ ਲੈ ਕੇ ਥੋੜ੍ਹੇ ਇਸ਼ੂ ਸੀਗੀਆਂ ਕਿ ਵੀਜ਼ਾਸ ਨੂੰ ਇੰਨੇ ਖੁੱਲ੍ਹ ਕੇ ਨਹੀਂ ਦੇ ਰਿਹਾ ਸੀਗਾ। ਸੋ ਨਿਊਜ਼ੀਲੈਂਡ ਹਾਲੇ ਵੀ ਡਰ ਦੀ ਸਥਿਤੀ ਵਿੱਚ ਹੈ। ਸੋ ਆਸਟ੍ਰੇਲੀਆ ਦੇ ਵਿੱਚ ਚੀਜ਼ਾਂ ਥਿੰਗਸ ਹੈਵ ਓਪਨਡ ਅਪ। ਸੋ ਇੱਥੇ ਉਮੀਦ ਕੀਤੀ ਜਾ ਸਕਦੀ ਹੈ ਕਿ ਬਹੁਤ ਜਲਦ ਸਾਡੇ ਸਟੂਡੈਂਟਸ ਦੀ ਫਲਾਈਟਸ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਰ ਇਸ ਸਮੇਂ ਕਿਹੜੀ ਕੰਟਰੀ ਵੱਲ ਮਾਈਗ੍ਰੇਟਸ ਜਿਹੜੇ ਹੈ ਜ਼ਿਆਦਾ ਜਾਣਾ ਪਸੰਦ ਕਰ ਰਹੇ ਨੇ? ਸਟੂਡੈਂਟਸ ਦਾ ਜਾਂ ਮਾਈਗ੍ਰੈਂਟਸ ਦਾ ਜਿਹੜਾ ਫਿਲਹਾਲ ਦਾ ਕੰਟਰੀ ਆ ਉਹ ਕੈਨੇਡਾ ਆ। ਸੋ ਕੈਨੇਡਾ ਐਸਾ ਮੁਲਕ ਹੈ ਜਿੱਥੇ ਦੁਨੀਆ ਦੇ ਸਭ ਤੋਂ ਵੱਧ ਮਾਈਗ੍ਰੈਂਟਸ, ਜਿੱਥੇ ਇਸ ਟਾਈਮ ਸਟੂਡੈਂਟਸ ਦੀ ਤਾਦਾਦ ਇਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸੋ ਔਰ ਕੈਨੇਡਾ ਨੇ ਅਨਾਉਂਸ ਵੀ ਕੀਤਾ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਉਹ ਆਲਮੋਸਟ 12 ਲੱਖ ਜਿਹੜੇ ਇਮੀਗ੍ਰੈਂਟਸ ਨੂੰ ਹੋਰ ਸੱਦਾ ਦੇ ਰਹੇ ਆ। ਸੋ ਦੂਸਰਾ, ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ PR ਨੂੰ ਲੈ ਕੇ 1 ਜਨਵਰੀ ਤੋਂ ਇੰਗਲੈਂਡ ਵੀ ਓਪਨ ਅਪ ਆ, ਬਿਕੋਜ਼ ਇੰਗਲੈਂਡ ਨੇ ਅਨਾਉਂਸ ਕੀਤਾ ਕਿ ਉਹ ਪੁਆਇੰਟ ਬੇਸਡ ਇਮੀਗ੍ਰੇਸ਼ਨ ਉਹ ਵੀ ਸ਼ੁਰੂ ਕਰ ਰਿਹਾ। ਹਾਲਾਂਕਿ ਇਹ ਕਾਫੀ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਇਹ ਲਾਈਕ ਕਾਫੀ ਹਾਈ ਰੈਂਕਿੰਗ ਹੋਏਗੀ, ਇਟ ਇਜ਼ ਬਹੁਤ ਨਾਰਮਲ ਨਹੀਂ ਹੋਏਗੀ। ਬਟ ਸਟਿਲ ਇੰਗਲੈਂਡ ਦੇ ਵਿੱਚ ਪਹਿਲੀ ਵਾਰੀ ਹੈ ਕਿ ਇੰਗਲੈਂਡ ਨੇ ਪੁਆਇੰਟ ਬੇਸਡ ਇਮੀਗ੍ਰੇਸ਼ਨ ਖੋਲ੍ਹੀ ਹੈ, ਜਿਹਦੇ 'ਚ ਕਿ 70 ਪੁਆਇੰਟਸ ਦਾ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਔਰ ਇਹ ਬਹੁਤ ਜ਼ਿਆਦਾ ਜੌਬ ਬੇਸਡ ਆ। ਸੋ ਫਿਲਹਾਲ ਅਗਰ ਅਸੀਂ ਕੰਟਰੀ ਨੂੰ ਚੂਜ਼ ਕਰਨਾ ਹੋਵੇ ਤਾਂ ਆਈ ਗੈਸ ਕਿ ਉਹ ਕੈਨੇਡਾ ਹੀ ਹੋਏਗਾ, ਬਿਕੋਜ਼ ਕੈਨੇਡਾ ਦੇ ਵਿੱਚ ਇਸ ਟਾਈਮ ਸਿਚੁਏਸ਼ਨ ਇਹ ਹੈ ਕਿ ਕੈਨੇਡੀਅਨ ਐਮਬੈਸੀ ਜਦੋਂ ਤੋਂ ਖੁੱਲ੍ਹੀ ਹੈ ਉਦੋਂ ਤੋਂ ਉਹਦੇ ਆਪਰੇਸ਼ਨਸ ਸਮੂਥ ਨੇ ਔਰ ਕੈਨੇਡੀਅਨ ਐਮਬੈਸੀ ਨੇ ਇੱਕ ਸਟੂਡੈਂਟਸ ਦਾ ਕੌਨਫੀਡੈਂਸ ਵਿਨ ਕੀਤਾ ਹੋਇਆ ਕਿ ਸਟੂਡੈਂਟਸ ਦੇ ਵਿੱਚ ਜਿੱਦਾਂ ਬੋਲਿਆ ਸੀ ਉਹ ਡਿਲੀਵਰ ਕੀਤਾ ਹੈ ਹੁਣ। ਤੀਸਰੀ ਚੀਜ਼ ਹੈ ਕਿ ਇਸ ਐਮਬੈਸੀ ਨੇ ਆਪਣੀ ਵਰਕਿੰਗ ਦੀ ਐਫੀਸ਼ੀਐਂਸੀ ਉਹ ਵੀ ਦਿਨੋਂ ਦਿਨ ਇੰਪਰੂਵ ਕੀਤੀ ਹੈ। ਸੋ ਪਹਿਲਾਂ ਇੱਕ ਸਪੈਸ਼ਲ ਟਰਮ ਲੈ ਕੇ ਆਂਦੀ ਜਿਹਨੂੰ ਅਸੀਂ ਕਹਿੰਦੇ ਕਿ ਐਪਲੀਕੇਸ਼ਨ ਜਿਹੜੀ ਅਪਰੂਵਡ ਇਨ ਪ੍ਰਿੰਸੀਪਲ ਕਰਕੇ, ਕਿ ਜਿਹੜੇ ਸਟੂਡੈਂਟਸ ਦੀਆਂ ਆਨਲਾਈਨ ਕਲਾਸਿਸ ਲਾ ਕੇ, ਸੱਚ ਤੁਸੀਂ ਇੱਕ ਸਵਾਲ ਸ਼ੁਰੂ 'ਚ ਪੁੱਛਿਆ ਸੀ ਆਨਲਾਈਨ ਕਲਾਸਿਸ ਦਾ, ਮੈਂ ਸ਼ਾਇਦ ਮਿਸ ਕਰ ਗਿਆ, ਸੋ ਅਸੀਂ ਇਹਨੂੰ ਇੱਥੇ ਕਨਕਲੂਡ ਕਰ ਲੈਂਦੇ। ਸੋ ਆਨਲਾਈਨ ਕਲਾਸਿਸ ਜਿਹੜੀਆਂ ਦਾ ਕਨਸੈਪਟ ਆ ਉਹ ਬੇਸਿਕਲੀ ਕੈਨੇਡਾ ਨੇ ਚਾਲੂ ਕੀਤਾ ਸੀ ਕਿ ਜਿਹੜੇ ਸਟੂਡੈਂਟਸ ਦੇ ਕੋਲ ਵੀਜ਼ਾਸ ਦੀ ਮਨਜ਼ੂਰੀ ਹੋ ਗਈ ਬਿਕੋਜ਼ ਆਨਲਾਈਨ ਐਪਲੀਕੇਸ਼ਨ ਕਰਕੇ, ਬਟ ਫਿਜ਼ੀਕਲ ਸਟਿੱਕਰ ਨਹੀਂ ਲੱਗਾ ਵੀਜ਼ਾ ਦਾ, ਸੋ ਇਸ ਕਰਕੇ ਉਹ ਵਾਲੇ ਸਟੂਡੈਂਟਸ ਜਿਹੜੇ ਆ ਉਹ ਆਨਲਾਈਨ ਪੜ੍ਹਾਈ ਕਰ ਸਕਦੇ ਆ। ਸੋ ਉਹ ਜਿਹੜਾ ਆਨਲਾਈਨ ਵਾਲਾ ਕਨਸੈਪਟ ਆ ਉਹ ਤਕਰੀਬਨ ਕਿਤੇ ਨਾ ਕਿਤੇ ਕੈਨੇਡਾ ਦੇਣਾ। ਸੋ ਇੱਕ ਸਪੈਸ਼ਲ ਟਰਮ ਲਿਆਂਦੀ ਉਹਨਾਂ ਨੇ ਕਿ ਤੁਸੀਂ ਇਸ ਟਰਮ ਦੇ ਵਿੱਚ ਜਿਹੜੀ ਸੈਪਟੰਬਰ ਦੀ ਇਨਟੇਕ ਹੈ ਕਿ ਤੁਸੀਂ ਅਗਰ ਫਿਜ਼ੀਕਲੀ ਨਹੀਂ ਵੀ ਆ ਸਕਦੇ, ਕੋਵਿਡ ਆ, ਲੋਕਡਾਊਨ ਆ, ਸੋ ਤੁਸੀਂ ਘਰ ਬੈਠੇ ਪੜ੍ਹ ਸਕਦੇ ਹੋ। ਸੋ ਕੈਨੇਡਾ ਇਸ ਟਾਈਮ ਅਗਰ ਅਸੀਂ ਬੇਝਿਜਕ ਅਸੀਂ ਕੈਨੇਡਾ ਨੂੰ ਅਸਲ ਰੈਂਕਿੰਗ ਕਰਨੀ ਹੋਵੇ ਤੇ ਇਸ ਟਾਈਮ ਇਮੀਗ੍ਰੈਂਟਸ ਦੀ ਪਸੰਦ ਹੈ ਜਾਂ ਜਿਹੜੇ ਸਟੂਡੈਂਟਸ ਜਾ ਰਹੇ ਨੇ ਉਹਨਾਂ ਦੀ ਪਸੰਦ ਜਾਂ ਐਕਚੁਅਲ ਡੈਸਟੀਨੇਸ਼ਨ ਇਸ ਟਾਈਮ ਕੈਨੇਡਾ ਹੀ ਹੈ। ਸਰ ਇਨਟੇਕ ਕਦੋਂ ਹੋਏਗੀ ਫਲਾਈਟਸ ਦੀ?
ਇੰਟੇਕਸ ਤੇ ਓਪਨ ਆ, ਸਟੂਡੈਂਟਸ ਦਾ ਅੱਜ ਵੀ ਵੀਜ਼ਾ ਆਉਂਦਾ ਤੇ ਸਟੂਡੈਂਟ ਅਪਲਾਈ ਕਰ ਸਕਦਾ, ਬਿਕੋਜ਼ ਨੋਟੀਫਿਕੇਸ਼ਨ ਦਿੱਤੀ ਹੈ ਉਹਨਾਂ ਨੇ ਕਿ ਜਿਹੜੇ ਸਟੂਡੈਂਟਸ ਦਾ 20 ਨਵੰਬਰ ਤੋਂ ਅਨਾਉਂਸ ਕਰਤਾ ਸੀਗਾ ਕਿ ਜਿਹੜੇ ਸਟੂਡੈਂਟਸ ਦਾ 20 ਅਕਤੂਬਰ ਤੋਂ ਬਾਅਦ ਵੀਜ਼ਾ ਆਏਗਾ ਤੇ ਉਹ ਫਲਾਈ ਕਰ ਸਕਦੇ। ਸੋ ਸਟੂਡੈਂਟਸ ਦੇ ਕੋਲ ਅੱਜ ਜਦੋਂ ਵੀ ਵੀਜ਼ਾ ਆਏਗਾ ਉਹ ਫਲਾਈ ਕਰ ਸਕਦਾ ਹੈ। ਔਰ ਜਿਹੜੇ ਵੀਜ਼ਾਸ ਆਉਣੇ ਵੀ ਉਹ ਲਗਭਗ ਹੁਣ ਇਸ ਨੈਕਸਟ ਵੀਕ ਤੋਂ ਸ਼ੁਰੂ ਹੋ ਜਾਣਗੇ। ਕਾਰਨ ਕੀ ਆ ਕਿ ਐਪਲੀਕੇਸ਼ਨ ਦੀ ਜਿਹੜੀ ਬਾਇਓਮੈਟ੍ਰਿਕ ਅਟੈਂਡੈਂਸ ਸੀ ਕਿ ਫਾਈਲਾਂ 'ਤੇ ਅਪਲਾਈ ਹੋ ਰਹੀਆਂ ਸੀ, ਪਰ ਫਾਈਲ ਕੰਪਲੀਟ ਨਹੀਂ ਹੋ ਰਹੀ ਸੀ ਕਿਉਂਕਿ ਜਦ ਤੱਕ ਫਿੰਗਰ ਨਹੀਂ ਹੁੰਦੇ ਐਮਬੈਸੀ ਦੇ ਵਿੱਚ। ਸੋ ਫਿੰਗਰਸ ਹੋਣੇ ਸ਼ੁਰੂ ਹੋ ਗਏ, ਉਸ ਤੋਂ ਬਾਅਦ ਐਪਲੀਕੇਸ਼ਨ ਪੂਰੀ ਹੋ ਗਈ। ਫਿਰ VFS ਹਾਲੇ ਤੱਕ ਫੁੱਲੀ ਫੰਕਸ਼ਨਲ ਨਹੀਂ ਆ। ਸੋ ਅੰਬੈਸੀ ਨੇ ਸਟੂਡੈਂਟਸ ਨੂੰ ਕਾਲ ਕਰਨੀ ਸ਼ੁਰੂ ਕੀਤੀ ਕਿ ਆਪਣੇ ਪਾਸਪੋਰਟ ਸਬਮਿਟ ਕਰਾਓ। ਸੋ ਇਸ ਵੀਕ ਜਿਹੜਾ ਤੋਂ ਐਪਲੀਕੇਸ਼ਨਸ ਜਿਹੜੀਆਂ ਤਕਰੀਬਨ ਉਹ ਸਬਮਿਟ ਹੋਣੀਆਂ ਸ਼ੁਰੂ ਹੋ ਗਈਆਂ ਪਾਸਪੋਰਟਸ ਦੀਆਂ। ਸੋ ਪਾਸਪੋਰਟ ਜਮ੍ਹਾਂ ਹੋ ਰਹੇ ਨੇ ਅੰਬੈਸੀ ਦੇ ਵਿੱਚ, ਔਰ ਬਾਏ ਦਾ ਨੈਕਸਟ ਵੀਕ ਤੁਸੀਂ, ਮੈਨੂੰ ਲੱਗਦਾ ਬਹੁਤ ਸਾਰੇ ਚੈਨਲ ਦੇ ਉੱਪਰ ਤੁਹਾਨੂੰ ਏਜੰਟਸ ਦਿਸ ਜਾਣਗੇ ਜਿਹੜੇ ਇੱਦਾਂ ਪਾਸਪੋਰਟਸ ਵੀਜ਼ੇ ਦਿਖਾਉਂਦੇ ਕਿ ਦੇਖੋ ਸਾਡੇ ਆ ਬੱਚੇ ਦਾ ਵੀਜ਼ਾ ਹੋ ਗਿਆ, ਇਹ ਵੀਜ਼ਾ ਹੋ ਗਿਆ, ਅਸੀਂ ਇਹ 'ਚ ਵੀ ਵੀਜ਼ਾ ਕਰਾਤਾ। ਸੋ ਗ੍ਰੈਜੂਅਲ ਪ੍ਰੋਸੈਸ ਆ ਕਿ ਅੰਬੈਸੀ 100% ਕੈਪੈਸਿਟੀ ਦੇ ਉੱਪਰ ਕੰਮ ਕਰਨ ਲੱਗ ਗਈ ਹੈ ਤਕਰੀਬਨ। ਸੋ ਅੰਬੈਸੀ ਵੀਜ਼ਾ ਡਿਲੀਵਰ ਕਰਨ ਲੱਗ ਗਈ ਹੈ। ਸੋ ਇਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਯੈਸ ਹੁਣ ਕੈਨੇਡਾ ਨੂੰ ਫਲਾਈਟਸ ਵੀ, ਕੈਨੇਡਾ ਨੂੰ ਪੜ੍ਹਾਈ ਵੀ ਔਰ ਕੈਨੇਡਾ ਦੇ ਵੀਜ਼ੇ ਵੀ ਇਹ ਆਮ ਹੋ ਜਾਣਗੇ। ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਹੁਣ ਵੇਲਾ ਹੋ ਚੱਲਿਆ ਇੱਕ ਬ੍ਰੇਕ। ਅਸੀਂ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਤੁਹਾਡੇ ਸਾਰੇ ਦਰਸ਼ਕਾਂ ਦਾ। ਅਸੀਂ ਗੱਲ ਕਰਦੇ ਹਾਂ ਸਰ, ਜਿਸ ਤਰ੍ਹਾਂ ਇਸ ਸਮੇਂ ਕਿਸਾਨ ਅੰਦੋਲਨ ਲੱਗਾ ਹੋਇਆ ਹੈ, ਦਿੱਲੀ ਦੇ ਰਸਤੇ ਬੰਦ ਨੇ, ਬਾਹਰੋਂ ਜੇ ਕੋਈ ਆਉਣਾ ਚਾਹਵੇ ਜਾਂ ਇੱਥੋਂ ਕੋਈ ਬਾਹਰ ਜਾਣਾ ਚਾਹੁੰਦਾ ਹੈ ਤੇ ਉਹ ਕਿਸ ਤਰ੍ਹਾਂ ਆ ਜਾ ਸਕਦਾ ਹੈ? ਮੈਂ ਵਾਕਈ ਇਹ ਸਿਚੁਏਸ਼ਨ ਇਸ ਟਾਈਮ ਕਾਫੀ ਗੰਭੀਰ ਹੈ, ਬਿਕੋਜ਼ ਯੈਸ ਕਿਸਾਨ ਅੰਦੋਲਨ ਤੇ ਕਾਫੀ ਭਖਿਆ ਪਿਆ ਹੈ ਔਰ ਇਹਦਾ ਹੱਲ ਵੀ ਜਲਦੀ ਕੋਈ ਲੱਭ ਲੈਣਾ। ਬਿਕੋਜ਼ ਜਿਹੜੀ ਇੰਟਰਨੈਸ਼ਨਲ ਟਰੈਵਲਰ ਜਾਂ ਜਿਹੜੀ ਸਾਡੀ ਆਪਣੀ ਜਿਹੜੀ ਸਾਖ ਆ ਇੱਕ ਮੁਲਕ ਦੀ, ਉਹ ਇਹਦੇ ਨਾਲ ਬਹੁਤ ਧੂਮਿਲ ਹੁੰਦੀ ਹੈ। ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਦਾ ਫਟਾਫਟ ਇਹਦਾ ਕੋਈ ਨਾ ਕੋਈ ਹੱਲ ਕੱਢਣ, ਤੇ ਬਿਕੋਜ਼ ਕੋਈ ਐਸੀ ਚੀਜ਼ ਨਹੀਂ ਹੁੰਦੀ ਜਿਹਦਾ ਹੱਲ ਨਾ ਹੋਵੇ। ਕਿਉਂਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਿੱਥੇ ਸਾਡੀ ਸਰਦਾਰੀ ਹੈ, ਜਿੱਥੇ ਸਾਨੂੰ ਚੰਗੇ ਸਮਝਿਆ ਜਾਂਦਾ, ਸੋ ਇਹਦੇ ਨਾਲ ਇੱਕ ਮੁਲਕ ਦੀ ਅਸੀਂ ਉਹ ਜ਼ਰੂਰ ਵੇਖਦੇ ਹਾਂ ਕਿ ਛਵੀ ਜ਼ਰੂਰ ਖਰਾਬ ਹੁੰਦੀ ਹੈ। ਔਰ ਯੈਸ ਇਸ ਟਾਈਮ ਅਗਰ ਕਿਸੇ ਨੇ ਟਰੈਵਲ ਕਰਨਾ ਹੋਵੇ ਤੇ ਇਸ ਟਾਈਮ ਸਾਡੇ ਕੋਲ ਈਵਨ ਜਲੰਧਰ ਜਿਹੜਾ ਏਅਰਪੋਰਟ ਹੈ ਇਹ ਵੀ ਓਪਨ ਹੈ ਔਰ ਅੰਮ੍ਰਿਤਸਰ ਵੀ ਓਪਨ ਹੈ। ਸੋ ਸਲਾਹ ਤਾਂ ਇਹੀ ਆ ਕਿ ਇਸ ਟਾਈਮ ਅਗਰ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ, ਅਗਰ ਤੁਹਾਡੇ ਕੋਲ ਵੀਜ਼ਾਸ ਹੈਗੇ ਆ, ਟਰੈਵਲ ਕਰਨਾ ਚਾਹੁੰਦੇ ਹੋ, ਸੋ ਤੁਸੀਂ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ਲੈ ਸਕਦੇ ਹੋ। ਔਰ ਦਿੱਲੀ ਏਅਰਪੋਰਟ ਇਜ਼ ਵਰਕਿੰਗ, ਏਅਰਪੋਰਟ ਦੀ ਕੋਈ ਦਿੱਕਤ ਨਹੀਂ ਹੈ, ਬਿਕੋਜ਼ ਇਹ ਸਿਰਫ ਜਿਹੜੇ ਬਾਰਡਰ ਨੇ ਦਿੱਲੀ ਦੇ ਉਹਨਾਂ ਨੂੰ ਸੀਲ ਕੀਤਾ ਗਿਆ ਜਾਂ ਉੱਥੇ ਮੁਜ਼ਾਹਰੇ ਨੇ, ਹੈ ਨਾ। ਸੋ ਜੋ ਵੀ ਤਾਮਝਾਮ ਆ, ਚਾਹੇ ਉਹ ਸੜਕਾਂ ਪੱਟੀਆਂ ਨੇ, ਚਾਹੇ ਬੈਰੀਕੇਡਸ ਲੱਗੇ ਨੇ, ਚਾਹੇ ਕਿਸਾਨਾਂ ਨੇ ਲਾਏ ਨੇ, ਚਾਹੇ ਪੁਲਿਸ ਨੇ ਲਾਏ ਨੇ, ਸੋ ਇਹ ਸਾਰੇ ਦਾ ਸਾਰਾ ਜਿਹੜੇ ਵੀ ਜਿੰਨੇ ਵੀ ਬਾਰਡਰਸ ਨੇ ਦਿੱਲੀ ਦੇ ਉਹਦੇ ਉੱਪਰ ਹੈ। ਸੋ ਅਗਰ ਤੁਸੀਂ ਡਾਇਰੈਕਟਲੀ ਅਪਰੋਚ ਕਰ ਲੈਂਦੇ ਹੋ ਏਅਰਪੋਰਟ ਨੂੰ, ਬਿਕੋਜ਼ ਡਿਊਰਿੰਗ ਫਲਾਈਟ ਜਾਂ ਇਨ ਫਲਾਈਟ ਉੱਥੇ ਪਹੁੰਚਣਾ ਕੁਛ ਮੁਸ਼ਕਿਲ ਨਹੀਂ ਹੈ। ਸੋ ਉੱਥੋਂ ਜਿੰਨੇ ਵੀ ਮੁਲਕਾਂ ਨਾਲ ਸਾਡਾ ਏਅਰ ਬਬਲ ਕ੍ਰੀਏਟ ਕੀਤਾ ਗਿਆ ਹੈ, ਚਾਹੇ ਉਹ ਅਮਰੀਕਾ ਹੈ, ਚਾਹੇ ਉਹ ਇੰਗਲੈਂਡ ਹੈ, ਚਾਹੇ ਉਹ ਕੈਨੇਡਾ ਹੈ, ਸੋ ਸਾਰੀਆਂ ਫਲਾਈਟਸ ਰੂਟੀਨ ਦੇ ਵਿੱਚ ਚੱਲ ਰਹੀਆਂ ਨੇ। ਸੋ ਸਟੂਡੈਂਟਸ ਅਗਰ ਕਿਸੇ ਨੇ ਵੀ ਜਾਣਾ ਚਾਹਣ ਤਾਂ ਉਹ ਜਾ ਸਕਦੇ ਨੇ, ਬਿਕੋਜ਼ ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਔਰ ਬਾਹਰੋਂ ਵੀ ਅਗਰ ਕਿਸੇ ਨੇ ਆਉਣਾ ਆ ਤੇ ਇਸ ਸਮੇਂ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ, ਬਿਕੋਜ਼ ਜਦੋਂ ਤੁਸੀਂ ਆਪਣੇ ਮੁਲਕ ਆਉਣਾ ਆ, ਸੋ ਅਗਰ ਕੋਈ ਬਾਹਰ ਪੰਜਾਬੀ ਰਹਿੰਦੇ ਨੇ ਵਾਪਸ ਮੁੜਨਾ, ਜਾਂ ਅਗਰ ਉਹਨਾਂ ਦੀ ਹਾਲਤ ਤੱਕ ਚਾਹੇ ਬਾਹਰ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਵੀ ਨੇ, ਜਾਂ ਬਾਹਰ ਕੋਈ ਜਦ ਤੱਕ ਉਹਨਾਂ ਕੋਲ ਬਾਹਰਲੇ ਮੁਲਕਾਂ ਦੇ ਪਾਸਪੋਰਟਸ ਨਹੀਂ ਆ ਤਦ ਤੱਕ ਉਹ ਇੰਡੀਅਨ ਸਿਟੀਜ਼ਨਸ ਨੇ। ਸੋ ਆਪਣੇ ਘਰ ਆਉਣ ਲਈ, ਆਪਣੇ ਵਤਨ ਮੁੜ ਕੇ ਆਉਣ ਲਈ ਤੁਹਾਨੂੰ ਐਡੀਸ਼ਨਲ ਕਿਸੇ ਤਰ੍ਹਾਂ ਦੀ ਪਰਮਿਸ਼ਨ ਨਹੀਂ ਚਾਹੀਦੀ। ਸੋ ਅਗਰ ਕੋਈ ਪੰਜਾਬੀ ਅਗਰ ਕੋਈ ਇੱਥੇ ਰਹਿ ਗਏ ਨੇ ਔਰ ਇੱਥੇ ਕਿਸੇ ਐਸੇ ਮੁਲਕ ਦੇ ਵਿੱਚ ਆ ਕਿ ਵੀਜ਼ਾ ਲੈ ਕੇ ਆਏ ਸੀ, ਸਿਟੀਜ਼ਨਸ਼ਿਪ ਬਾਹਰ ਦੀ ਹੈ ਔਰ ਵਾਪਸ ਟਰੈਵਲ ਨਹੀਂ ਕਰ ਸਕੇ, ਤੇ ਉਹਨਾਂ ਨੂੰ ਆਪਣੇ ਜਿਹੜਾ ਵੀਜ਼ਾਜ਼ ਆ ਉਹ ਐਕਸਟੈਂਡ ਕਰਾਉਣੇ ਪੈਣਗੇ। ਔਰ ਉਹ FRO ਦਾ ਆਫਿਸ ਹੁੰਦਾ ਹੈ। FRO ਦੇ ਵਿੱਚ ਤੁਸੀਂ ਜਾ ਕੇ, ਜਾਂ ਅਗਰ ਦੇਸੀ ਭਾਸ਼ਾ ਸਮਝੋ ਕਿ ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਜਿਹੜਾ ਪੁਲਿਸ ਕਮਿਸ਼ਨਰ ਦਾ ਆਫਿਸ ਆ, SSP ਆਫਿਸ ਆ, ਉੱਥੇ ਇੱਕ NRI ਵਿੰਗ ਹੁੰਦਾ। ਸੋ ਤੁਸੀਂ NRI ਵਿੰਗ ਦੇ ਵਿੱਚ ਜਾ ਕੇ ਤੁਸੀਂ ਆਪਣਾ ਐਪਲੀਕੇਸ਼ਨ ਵਧਾ ਸਕਦੇ ਹੋ, ਜਾਂ EFRRO.org ਇੱਕ ਸਰਕਾਰੀ ਵੈਬਸਾਈਟ ਆ, ਇਹਦੇ ਉੱਪਰ ਤੁਸੀਂ ਆਨਲਾਈਨ ਐਪਲੀਕੇਸ਼ਨ ਵੀ ਲਾ ਸਕਦੇ ਹੋ। ਸੋ ਚਾਹੇ ਤੁਹਾਡਾ ਪੰਜਾਬ, ਚਾਹੇ ਤੁਹਾਡਾ ਇੰਡੀਆ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਆ, ਤੁਸੀਂ ਇੱਥੇ ਚਾਹੇ ਤੁਸੀਂ ਵੀਜ਼ਾ ਰਿਕੁਆਇਰਮੈਂਟ ਕੀ ਰਹੇਗੀ ਜਦੋਂ ਆਪਾਂ ਐਕਸਟੈਂਡ ਕਰਵਾਉਣਾ ਹੈ ਆਪਣਾ ਵੀਜ਼ਾ? ਕੁਛ ਨਹੀਂ, ਇਹ ਲੋਕਡਾਊਨ ਦਾ ਟਾਈਮ ਹੈ, ਤੁਸੀਂ ਫਸੇ ਹੋ ਬਿਕੋਜ਼ ਤੁਸੀਂ ਕਿਸੇ ਐਸੇ ਮੁਲਕ ਦੇ ਵਿੱਚ ਰਹਿੰਦੇ ਹੋ ਜਿੱਦਾਂ ਫਿਲੀਪੀਨਸ ਆ, ਹਾਲੇ ਤੱਕ ਟਰੈਵਲ ਬਹੁਤ ਜ਼ਿਆਦਾ ਓਪਨ ਨਹੀਂ ਹੋਇਆ, ਜਾਂ ਜਿਹੜੇ ਛੋਟੇ ਕੰਟਰੀਜ਼ ਆ ਜਿਨ੍ਹਾਂ ਨਾਲ ਸਾਡਾ ਏਅਰ ਬਬਲ ਕ੍ਰੀਏਟ ਨਹੀਂ ਹੋਇਆ,
ਜਿੱਦਾਂ ਹਾਲੇ ਦੁਬਈ ਦੇ ਨਾਲ ਸਾਡਾ UAE ਨਾਲ ਓਕੇ ਆ, ਦੁਬਈ ਵੀ ਓਪਨ ਹੈ। ਅਗਰ ਤੁਸੀਂ ਦੁਬਈ ਦੇ ਆਸੇ-ਪਾਸੇ ਤੁਸੀਂ ਆਬੂ ਧਾਬੀ ਵਗੈਰਾ ਦੀ ਫਲਾਈਟ ਲਓਗੇ ਤਾਂ ਉਹਦੇ ਵਿੱਚ ਵੀ ਦਿੱਕਤ ਹੈ। ਸੋ ਅਗਰ ਤੁਹਾਡਾ ਦੁਬਈ ਦਾ ਸੈਂਟਰ ਹੈ ਤਾਂ ਫਿਰ ਦੁਬਈ ਇਕੱਲਾ ਓਪਨ ਹੈ UAE ਦੇ ਵਿੱਚੋਂ ਵੀ। ਸੋ ਇਦਾਂ ਹੀ ਕਈ ਮੁਲਕ ਨੇ ਜਿਨ੍ਹਾਂ ਦੇ ਨਾਲ ਤੁਹਾਡਾ 에ਅਰ ਬਬਲ ਕ੍ਰੀਏਟ ਨਹੀਂ ਹੋਇਆ। 에ਅਰ ਬਬਲ ਇੱਕ ਸਮਝੌਤਾ ਆ ਜਿਹਦੇ ਵਿੱਚ ਕਿ ਦੋ ਮੁਲਕਾਂ ਦੇ ਵਿੱਚ ਉਡਾਨਾਂ ਹੁੰਦੀਆਂ ਨੇ ਔਰ ਇਹ ਸ਼ਡਿਊਲਡ ਫਲਾਈਟਸ ਨਹੀਂ ਆ, ਇਹ ਇੱਕ ਤਰੀਕੇ ਦੀਆਂ ਚਾਰਟਰਡ ਫਲਾਈਟਸ ਨੇ ਕਿ ਇਧਰੋਂ ਲੋਡ ਲੈ ਗਏ ਉਧਰੋਂ ਲੋਡ ਲੈ ਆਏ। ਸੋ ਹੁਣ ਹੌਲੀ ਹੌਲੀ ਸ਼ਡਿਊਲਡ ਫਲਾਈਟਸ ਵੱਲ ਨੂੰ ਵੱਧ ਰਹੇ ਆ, ਤਰੱਕੀ ਮਤਲਬ ਹੋ ਰਹੀ ਹੈ ਸਭ ਦੀ, ਔਰ ਉਮੀਦ ਆ ਕਿ ਹੌਲੀ ਹੌਲੀ ਇਹ ਸਭ ਨਾਰਮਲਾਈਜ਼ ਹੋ ਜਾਊਗਾ। ਔਰ ਅਗਰ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਡਰ ਲੱਥ ਚੁੱਕਾ ਆ ਔਰ ਕਈ ਜਗ੍ਹਾ ਇਹ ਦੁਬਾਰਾ ਆ ਰਿਹਾ ਆ। ਸੋ ਇਹ ਸਿਚੁਏਸ਼ਨ ਸਭ ਦੀ ਅਲੱਗ-ਅਲੱਗ ਹੈ। ਪਰ ਅਗਰ ਤੁਸੀਂ ਇੰਡੀਆ ਦੇ ਵਿੱਚੋਂ ਜਾਂ ਬਾਹਰੋਂ ਆਉਣਾ ਚਾਹੁੰਦੇ ਹੋ ਜਾਂ ਅਗਰ ਤੁਹਾਡਾ ਇੰਡੀਅਨ ਓਰੀਜਨ ਦੇ ਨਾਲ ਕੋਈ ਵਾਸਤਾ ਆ ਤੇ ਤੁਹਾਡੇ ਲਈ ਕੋਈ ਦਿੱਕਤ ਨਹੀਂ ਹੈਗੀ। ਸੋ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ। ਸਰ ਕਈ ਕੰਟਰੀਜ਼ ਦੇ ਵਿੱਚ ਜਿਸ ਤਰ੍ਹਾਂ ਲਾਕਡਾਊਨ ਦੁਬਾਰਾ ਤੋਂ ਲੱਗ ਰਿਹਾ ਹੈ ਨਾ ਵਾਪਸ, ਤੇ ਜੇ ਕਿਸੇ ਨੇ ਜਾਣਾ ਹੋਵੇ ਉਹਦਾ ਵੀਜ਼ਾ ਹੈ ਤੇ ਉਹ ਜਾ ਸਕਦਾ ਹੈ ਉੱਥੇ? ਤੈਨੂੰ ਬੇਸਿਕ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਤੁਸੀਂ ਕਿਸ ਤਰ੍ਹਾਂ ਦੀਆਂ ਹੋਣਗੀਆਂ ਉਹਨਾਂ ਹਾਂ, ਤੁਸੀਂ ਕਿਸੇ ਵੀ ਕੰਟਰੀ 'ਚ ਟਰੈਵਲ ਕਰਨਾ ਹੈ ਬੇਸਿਕਲੀ ਪਹਿਲਾਂ ਤੁਸੀਂ ਟੂਰਿਜ਼ਮ ਲਈ ਜਾਂਦੇ ਸੀ, ਹੌਲੀਡੇਇੰਗ ਲਈ ਜਾਂਦੇ ਸੀ। ਹੌਲੀਡੇਇੰਗ ਦਾ ਮਤਲਬ ਆ ਕਿ ਅਸੀਂ ਘੁੰਮਾਂਗੇ ਫਿਰਾਂਗੇ, ਮਤਲਬ ਮੌਜ ਮਸਤੀ ਕਰਾਂਗੇ। ਸੋ ਉਹ ਅਗਰ ਤੁਹਾਡਾ ਹੁਣ ਜਿਹੜਾ ਟਰੈਵਲ ਪਲਾਨ ਆ ਉਹ ਅਗਰ 14 ਦਿਨ ਤੋਂ ਥੱਲੇ ਦਾ ਹੈ ਤਾਂ ਵੀਜ਼ਾ ਹੀ ਨਹੀਂ ਆਏਗਾ। ਹਾਂਜੀ ਸਰ, 14 ਦਿਨ ਲਈ ਫਿਰ ਉੱਥੇ ਸਾਨੂੰ ਕੁਆਰੰਟਾਈਨ ਹੋਣਾ ਪਏਗਾ। ਯੈਸ, ਬਿਕੋਜ਼ ਇਹ ਐਸੈਂਸ਼ੀਅਲ ਇਸ ਟਾਈਮ ਰਿਕੁਆਇਰਮੈਂਟ ਆ ਕਿ ਤੁਸੀਂ ਕਿਸੇ ਵੀ ਮੁਲਕ ਜਾਓ ਸੋ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ 14 ਦਿਨ ਕੁਆਰੰਟਾਈਨ ਕਰਨਾ ਹੈ। ਸੋ ਜਿਹੜੇ ਸਟੂਡੈਂਟਸ ਵੀ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਵਾਊਚਰਸ ਦੇ ਕੇ ਭੇਜਦੇ ਹਾਂ, ਟਰੈਵਲ ਵਾਊਚਰਸ, ਬਿਕੋਜ਼ ਉਹਦੇ 'ਚ ਉਹਨਾਂ ਨੇ 2 ਹਫ਼ਤੇ ਲਗਭਗ 2 ਹਫ਼ਤੇ ਦੇ ਕਰੀਬ ਉਹਨਾਂ ਨੇ ਇੱਕ ਹੋਟਲ 'ਚ ਗੁਜ਼ਾਰਨੇ ਹੁੰਦੇ ਆ ਜਿਹਦੇ ਵਿੱਚ ਕਿ ਉਹ ਉੱਥੇ ਮਤਲਬ ਉਹਦੇ ਅੰਦਰ ਹੀ ਰਹਿੰਦੇ ਨੇ, ਬਿਕੋਜ਼ ਇਹ ਰਿਕੁਆਇਰਮੈਂਟ ਆ। ਔਰ ਅਗਰ ਸਟੂਡੈਂਟਸ ਕਿਤੇ ਬਾਹਰ ਪਾਏ ਜਾਂਦੇ ਆ ਤੇ ਜਿੱਦਾਂ ਇੰਗਲੈਂਡ ਦੇ ਵਿੱਚ 100 ਪਾਉਂਡ ਪਰ ਡੇ ਫਾਈਨ ਵੀ ਆ। ਸੋ ਫਿਰ ਵੀ ਬਹੁਤ ਸਾਰੇ ਸਟੂਡੈਂਟਸ ਇਹਦੇ ਸ਼ਰਤਾਂ ਪਾਲਣ ਨਹੀਂ ਕਰਦੇ, ਬਿਕੋਜ਼ ਆਈ ਹੈਵ ਸੀਨ ਕਿ ਸਟੂਡੈਂਟਸ ਇੱਥੋਂ ਜਾਣਗੇ ਐਂਡ ਦੂਏ ਤੀਏ ਦਿਨ ਫੋਨ ਆ ਜਾਊਗਾ ਜੀ ਮੈਂ ਉੱਥੋਂ ਨਿਕਲ ਕੇ ਦੂਸਰੇ ਪਾਸੇ ਚੱਲ ਗਿਆ। ਠੀਕ ਹੈ, ਮਤਲਬ ਜਦ ਤੱਕ ਤੁਹਾਡੇ ਉੱਪਰ ਚੀਜ਼ਾਂ ਥੋਪੀਆਂ ਨਹੀਂ ਜਾਂਦੀਆਂ ਜਾਂ ਬਹੁਤ ਜਿਹੜੇ ਇੰਪਲੀਮੈਂਟ ਜਿਹੜੇ ਰੂਲਸ ਆ ਉਹ ਤਗੜੇ ਤਰੀਕੇ ਨਾਲ ਕਿ ਨਹੀਂ ਕੀਤੇ ਜਾਂਦੇ ਤੇ ਸਟੂਡੈਂਟਸ ਵੀ ਵਿੱਚੋਂ ਇਹਦੇ ਕੁਝ ਨਾ ਕੋਈ ਫਾਇਦਾ ਲੈ ਜਾਂਦੇ ਆ। ਪਰ ਅਸਲ 'ਚ ਰਿਕੁਆਇਰਮੈਂਟ ਆ ਕਿ ਜਿਹੜੇ 2 ਹਫ਼ਤੇ ਤੁਸੀਂ ਕੁਆਰੰਟਾਈਨ ਦੇ ਕੱਟਣੇ ਨੇ। ਸੋ ਇਸ ਟਾਈਮ ਕਿਸੇ ਵੀ ਪਾਸੇ ਤੁਸੀਂ ਟਰੈਵਲ ਕਰਦੇ ਹੋ, ਚਾਹੇ ਤੁਸੀਂ ਫੈਮਿਲੀ ਨਾਲ ਟਰੈਵਲ ਕਰਨਾ, ਚਾਹੇ ਤੁਸੀਂ ਫੈਮਿਲੀ ਦੇ ਕੋਲ ਜਾਣਾ ਆ, ਚਾਹੇ ਤੁਸੀਂ ਆਪਣੇ ਲਾਈਕ ਪੇਰੈਂਟਸ ਨੇ ਆਪਣੇ ਬੱਚੇ ਕੋਲ ਹੀ ਕੈਨੇਡਾ ਜਾਣਾ ਹੈ ਜਾਂ ਅਮਰੀਕਾ, ਕਿਤੇ ਕਿਸੇ ਵੀ ਮੁਲਕ ਜਾਣਾ ਹੈ। ਸੋ ਐਸੈਂਸ਼ੀਅਲ ਰਿਕੁਆਇਰਮੈਂਟ ਆ ਕਿ ਤੁਸੀਂ 2 ਹਫ਼ਤੇ ਕਮ ਸੇ ਕਮ ਕੁਆਰੰਟਾਈਨ ਦਾ ਪਲਾਨ ਜ਼ਰੂਰ ਕਰਨਾ ਹੈ। ਸੋ ਹੌਲੀਡੇਇੰਗ ਦੇ ਉੱਪਰ ਜਾ ਰਹੇ ਹੋ ਤਾਂ ਕਮ ਸੇ ਕਮ ਜਿਹੜੀ ਆਪਣੀ ਜਿਹੜਾ ਟਰੈਵਲਿੰਗ ਆ ਉਹ ਮਹੀਨੇ ਤੋਂ ਘੱਟ ਮਤ ਰੱਖੋ ਇਸ ਟਾਈਮ, ਬਿਕੋਜ਼ ਜਨਰਲੀ ਅਸੀਂ ਹਫ਼ਤੇ ਦੀ ਪਲਾਨ ਕਰਦੇ ਹੁੰਦੇ ਹਾਂ। ਸੋ ਇਸ ਟਾਈਮ ਜਿਹੜੇ ਟੂਰਿਜ਼ਮ ਦੇ ਵੀਜ਼ਾਸ ਵੀ ਬਹੁਤ ਘੱਟ ਨੇ। ਸੋ ਇਸ ਟਾਈਮ ਅੰਬੈਸੀਜ਼ ਜਿਹੜਾ ਵੀਜ਼ਾਸ ਦੇ ਰਹੀਆਂ ਨੇ ਉਹ ਸਭ ਤੋਂ ਵੱਧ ਸਿਰਫ ਤੇ ਸਿਰਫ ਸਟੂਡੈਂਟਸ ਵੀਜ਼ਾ ਦੇ ਉੱਪਰ ਹੈ। ਸੋ ਸਟੂਡੈਂਟਸ ਇਸ ਟਾਈਮ ਅਗਰ ਕੋਈ ਜਾਣਾ ਚਾਹੁੰਦਾ ਹੈ, ਚਾਹੇ ਕਿਸੇ ਵੀ ਮੁਲਕ ਵਿੱਚ ਜਾਣਾ ਚਾਹੁੰਦਾ ਆ, ਉਹ ਆਪਣੇ ਆਪ ਨੂੰ ਪ੍ਰਾਇੋਰਟੀ ਦੇਵੇ, ਬਿਕੋਜ਼ ਇਹ ਸਮਾਂ ਆ ਕਿ ਬਾਕੀ ਜਿਹੜੇ ਨਾਰਮਲ ਰੂਟੀਨ ਦੇ ਨਾਲੋਂ ਉਹਦੇ ਵੀਜ਼ੇ ਦੀ ਜਿਹੜੀ ਆਊਟਕਮ ਆ ਉਹ ਜ਼ਿਆਦਾ ਪੋਜ਼ਿਟਿਵ ਹੋਏਗੀ। ਸਰ ਉਹਦੇ ਲਈ ਕੁਆਲੀਫਿਕੇਸ਼ਨ ਕੀ ਰਹੇਗੀ ਸਟੂਡੈਂਟ ਵੀਜ਼ਾ ਲਈ ਜੇ ਕਿਸੇ ਨੇ ਅਮਰੀਕਾ ਹੀ ਜਾਣਾ ਹੋਏਗਾ ਤਾਂ? ਅਮਰੀਕਾ ਬੇਸਿਕਲੀ ਕੋਈ ਲੰਮੀਆਂ ਚੌੜੀਆਂ ਰਿਕੁਆਇਰਮੈਂਟਸ ਨਹੀਂ ਹੈਗੀਆਂ। US ਅਗਰ ਤੁਸੀਂ ਅੰਡਰਗ੍ਰੈਡ ਪ੍ਰੋਗਰਾਮ ਲਈ ਜਾ ਰਹੇ ਹੋ, ਅੰਡਰ ਗ੍ਰੈਜੂਏਟ ਦੇ ਲਈ ਤੁਸੀਂ +2 ਕੀਤੀ ਹੋਵੇ, ਬੇਸਿਕ ਰਿਕੁਆਇਰਮੈਂਟ ਹੈ। ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਆਈਲੈਟਸ ਦਾ ਸਕੋਰ ਹੈਗਾ ਤੇ ਗੁੱਡ ਹੈ। ਅਗਰ ਆਈਲੈਟਸ ਦਾ ਸਕੋਰ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਜਾ ਸਕਦੇ ਹੋ। ਆਈਲੈਟਸ ਦੇ ਸਕੋਰ ਤੋਂ ਬਿਨਾਂ ਕਿਸ ਤਰ੍ਹਾਂ ਸਰ? ਆਈਲੈਟਸ ਦੇ ਸਕੋਰ ਤੋਂ ਬਿਨਾਂ ਤੁਸੀਂ ਪ੍ਰੂਵ ਕਰ ਦਿਓ ਕਿ ਤੁਹਾਡੇ ਕੋਲ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਆ ਉਹ ਤੁਹਾਡਾ ਇੰਗਲਿਸ਼ ਹੈ, ਤੁਸੀਂ ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋ, ਸੋ ਅੰਗਰੇਜ਼ੀ ਤੁਹਾਨੂੰ ਆਉਂਦੀ ਹੈ। ਔਰ ਦੂਸਰੀ ਰਹੀ ਗੱਲ, ਅੰਬੈਸੀ ਵੀ ਇਸੇ ਕੰਮ ਨੂੰ, ਅੰਬੈਸੀ ਨੇ ਵੀ ਸਟੂਡੈਂਟ ਨਾਲ ਕਮਿਊਨੀਕੇਟ ਕਰਕੇ ਵੀਜ਼ਾ ਦੇਣਾ ਹੈ। ਸੋ ਇੰਗਲਿਸ਼ ਦਾ ਲੈਵਲ ਤਾਂ ਅੰਬੈਸੀ ਵੀ ਚੈੱਕ ਕਰ ਲੈਂਦੀ ਹੈ। ਸੋ ਯੂਨੀਵਰਸਿਟੀ ਬੱਚੇ ਨੂੰ ਐਡਮਿਸ਼ਨ ਦੇ ਦਿੰਦੀ ਆ, ਉਹਨੂੰ I-20 ਬੋਲਦੇ ਆ। I-20 ਇਜ਼ ਦਾ ਫਾਈਨਲ ਡਾਕੂਮੈਂਟ ਜਿਹਨੂੰ ਲੈ ਕੇ ਅਸੀਂ ਅੰਬੈਸੀ ਜਾਂਦੇ ਹਾਂ। ਸੋ I-20 ਮਿਲ ਜਾਂਦੀ ਹੈ। I-20 ਲੈ ਕੇ ਜਦੋਂ ਤੁਸੀਂ ਅੰਬੈਸੀ ਜਾਂਦੇ ਹੋ, ਅੰਬੈਸੀ ਤੁਹਾਡੇ ਨਾਲ ਰਾਬਤਾ ਜਿਹੜੀ ਇੰਟਰਵਿਊ ਆ ਉਹ ਤੁਹਾਡੇ ਨਾਲ ਇੰਗਲਿਸ਼ ਦੇ ਵਿੱਚ ਕਰਦੀ ਹੈ। ਔਰ ਸਟੂਡੈਂਟ ਅਗਰ ਇੰਗਲਿਸ਼ ਵਿੱਚ ਕੰਫਰਟੇਬਲ ਨਹੀਂ ਹੈ ਤਾਂ ਉਹਦਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ। ਸੋ ਬਿਨਾਂ ਆਈਲੈਟਸ ਜਾਣਾ ਪੋਸੀਬਲ ਆ, ਬਿਨਾਂ ਅੰਗਰੇਜ਼ੀ ਦੇ ਜਾਣਾ ਪੋਸੀਬਲ ਨਹੀਂ ਹੈਗਾ। ਸੋ ਇਸੇ ਤਰੀਕੇ ਨਾਲ ਜਿਹੜੇ ਗ੍ਰੈਜੂਏਟਸ ਆ ਉਹ PG ਪ੍ਰੋਗਰਾਮਸ ਲਈ ਜਾ ਸਕਦੇ ਨੇ, ਲਾਈਕ ਮਾਸਟਰਸ ਪ੍ਰੋਗਰਾਮ ਲਈ ਜਾ ਸਕਦੇ ਆ। ਸੋ ਉਹਦੇ ਲਈ ਵੀ ਐਡੀਸ਼ਨਲ ਕੁਛ ਲਾਈਕ ਜਿਹੜੇ ਪ੍ਰੋਗਰਾਮਸ ਲਈ ਤੁਹਾਡਾ ਐਕਸਪੀਰੀਅੰਸ, ਤੁਹਾਡੀਆਂ SOPs ਵਗੈਰਾ ਚਾਹੀਦੀਆਂ ਨੇ। ਬਟ ਜਨਰਲ ਸਟੇਟਮੈਂਟ ਪਰਪਸ ਕਿ ਤੁਸੀਂ ਕੀ ਪੜ੍ਹੋਗੇ, ਕੀ ਕਰੋਗੇ, ਔਰ ਉਸ ਤੋਂ ਬਾਅਦ ਆ ਕੇ ਇੱਥੇ ਇੰਡੀਆ ਦੇ ਵਿੱਚ ਕੀ ਪਲਾਨ ਹੈ ਤੁਹਾਡਾ, ਸਟੇਟਮੈਂਟ ਪਰਪਸ ਉਹਨੂੰ ਬੋਲਦੇ ਆ। ਇਹ ਕਾਫੀ ਐਸੈਂਸ਼ੀਅਲ ਡਾਕੂਮੈਂਟ ਹੁੰਦਾ ਤੁਹਾਡੇ ਸਟੂਡੈਂਟਸ ਦੇ ਵੀਜ਼ਾ ਲੈਣ ਲਈ।
ਸੋ ਅਮਰੀਕਾ ਦੁਨੀਆ ਦੇ ਲਾਈਕ ਉਹ ਮੁਲਕ ਆ ਜਿਹੜਾ ਸਭ ਤੋਂ ਵੱਧ ਮੈਚੁਰ ਸਟੂਡੈਂਟਸ ਨੂੰ ਵੀਜ਼ਾ ਦਿੰਦਾ ਹੈ। ਸੋ ਅਗਰ ਤੁਹਾਡੇ ਕੋਲ ਪੜ੍ਹਾਈ ਤੋਂ ਬਾਅਦ 8-10 ਸਾਲ ਦਾ ਵਰਕਿੰਗ ਐਕਸਪੀਰੀਅੰਸ ਵੀ ਹੈਗਾ ਤਾਂ ਵੀ ਤੁਸੀਂ ਲਾਈਕ ਅਮਰੀਕਾ ਨੰਬਰ 1 ਡੈਸਟੀਨੇਸ਼ਨ ਹੋਏਗਾ ਤੁਹਾਨੂੰ ਵੀਜ਼ਾ ਗ੍ਰਾਂਟ ਕਰ ਲਓ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ। ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਹੋਰ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਪੰਜਾਬ ਮਿਲ ਯੂਨੀਵਰਸਿਟੀ।